ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਦੇ ਦੁਆਰਾ ਸਾਨੂੰ ਮਨੁੱਖੀ ਜੀਵਾਂ ਨੂੰ, ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਇਕ ਓੰਕਾਰ ਸਤ ਗੁਰ ਪ੍ਰਸਾਦ। ਸਤਿਗੁਰ ਸੇਵਨ ਆਪਣਾ, ਗੁਰ ਸ਼ਬਦੀ ਵਿਚਾਰ। ਸਤਿਗੁਰ ਕਾ ਭਾਣਾ ਮਨ ਲੈਨ, ਹਰ ਨਾਮ ਰਖੈ ਉਰ ਤਾਰ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਲੋਕ ਵਾਰਾਂ ਤੇ ਵਧੀਕ ਦੇ ਹੇਠ ਜੋ ਦਰਜ ਨੇ, ਅੱਜ ਦੇ ਪਾਵਨ ਸ਼ਲੋਕਾਂ ਦਾ ਪਾਠ ਜੋ ਆਪ ਜੀ ਨੇ ਸਰਵਨ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1415 ਔਰ 16 ਦੇ ਉੱਪਰ ਸਭਾਈਮਾਨ ਹੈ। ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਵਿੱਚ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਨੇ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਗਿਆਨ ਪ੍ਰਾਪਤ ਕੀਤਾ, ਉਹ ਫਿਰ ਸਤਿਗੁਰੂ ਪਾਤਸ਼ਾਹ ਜੀ ਨੂੰ ਭਾਵਨਾ ਦੇ ਨਾਲ ਸਿਮਰਦੇ ਹਨ। ਜਿੰਨਾ ਚਿਰ ਸਾਨੂੰ ਗਿਆਨ ਹਾਸਲ ਨਹੀਂ ਹੋਏਗਾ, ਇਹ ਸੁਭਾਵਿਕ ਹੈ ਕਿ ਜੇ ਚਾਨਣ ਨਹੀਂ ਹੋਏਗਾ ਤੇ ਹਨੇਰਾ ਹੋਏਗਾ, ਜੇ ਗਿਆਨ ਨਹੀਂ ਹੋਏਗਾ ਤੇ ਅਗਿਆਨਤਾ ਹੋਏਗੀ, ਜੇ ਦਿਨ ਨਹੀਂ ਹੋਏਗਾ ਤਾਂ ਰਾਤ ਹੋਏਗੀ। ਜਿਹਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਉਹਦੇ ਅੰਦਰ ਗਿਆਨ ਦਾ ਚਾਨਣ ਨਹੀਂ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਵਿਚਾਰ ਕਰਕੇ ਗਿਆਨ ਪ੍ਰਾਪਤ ਕਰ ਲਿਆ, ਉਹ ਅਗਿਆਨਤਾ ਦੇ ਵਿੱਚੋਂ ਦੀ ਬਾਹਰ ਨਿਕਲ ਗਏ। ਅਗਿਆਨਤਾ ਦੇ ਵਿੱਚੋਂ ਬਾਹਰ ਨਿਕਲਣ ਦਾ ਮਤਲਬ ਕਿ ਵਹਿਮ ਭਰਮ ਕਰਮ ਕਾਂਡ, ਇਹਨਾਂ ਤੋਂ ਸਦਾ ਲਈ ਛੁਟਕਾਰਾ ਮਿਲ ਗਿਆ। ਤੇ ਜਿਨ੍ਹਾਂ ਨੇ ਆਪਣੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਖਤਮ ਕੀਤਾ ਗੁਰ ਸ਼ਬਦ ਦੀ ਵਿਚਾਰ ਦੁਆਰਾ, ਉਹ ਫਿਰ ਕਦੇ ਵੀ ਦੂਜੇ ਤੀਜੇ ਨੂੰ ਨਹੀਂ ਸਿਮਰਦੇ। ਉਹ ਸਿਰਫ ਤੇ ਸਿਰਫ ਆਪਣੇ ਸਤਿਗੁਰੂ ਨੂੰ ਹੀ ਧਿਆਉਂਦੇ ਨੇ। ਸਤਿਗੁਰੂ ਦੇ ਪ੍ਰਤੀ ਹੀ ਉਹਨਾਂ ਦੇ ਅੰਦਰ ਪ੍ਰੇਮ ਭਾਵਨਾ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਤਿਸ ਗੁਰ ਕੋ ਸਿਮਰੋ ਸਾਸ ਸਾਸ,
ਕਹਿਣ ਲੱਗੇ ਮੈਂ ਉਸ ਗੁਰੂ ਨੂੰ ਸਵਾਸ ਸਵਾਸ ਹੁਣ ਸਿਮਰਨਾ ਚਾਹੁੰਦਾ ਹਾਂ, ਕਿਉਂਕਿ ਗੁਰੂ ਹੀ, ਸਤਿਗੁਰੂ ਹੀ ਮੇਰੇ ਵਾਸਤੇ ਪ੍ਰਾਣ ਤੇ ਪ੍ਰਾਣਾਂ ਦਾ ਆਸਰਾ ਬਣ ਗਏ। ਹੁਣ ਇਹ ਅੰਮ੍ਰਿਤਮਈ ਬਚਨ ਉਹੀ ਆਪਣੀ ਰਸਨਾ ਤੋਂ ਭਾਵਨਾ ਨਾਲ ਬੋਲੇਗਾ ਜਿਹਨੂੰ ਗੁਰੂ ਸ਼ਬਦ ਰਾਹੀਂ ਗਿਆਨ ਮਿਲ ਗਿਆ। ਉਹ ਫਿਰ ਅਗਿਆਨਤਾ ਦੇ ਵਸ ਹੋ ਕੇ ਕਦੇ ਅਧੂਰਿਆਂ ਦੇ ਗੁਣ ਨਹੀਂ ਗਾਉਂਦਾ ਤੇ ਨਾ ਹੀ ਉਹ ਅਧੂਰਿਆਂ ਨੂੰ ਸਿਮਰਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਨੇ, ਸਤਿਗੁਰ ਸੇਵਨ ਆਪਣਾ। ਪਹਿਲੇ ਤੇ ਸਤਿਗੁਰੂ ਜਿਨ੍ਹਾਂ ਦੇ ਚਰਨਾਂ ਵਿੱਚ ਆਪਾਂ ਜੁੜੇ ਆ, ਉਹਨਾਂ ਪ੍ਰਥਾਏ ਸਾਡੇ ਵਿੱਚ ਆਪਣਾਪਨ ਹੋਣਾ ਚਾਹੀਦਾ ਹੈ, ਕਿਉਂਕਿ ਜਿੱਥੇ ਆਪਣਾਪਨ ਨਹੀਂ ਹੁੰਦਾ ਉੱਥੇ ਦੂਜਾ ਸ਼ਬਦ ਪਰਾਇਆ ਵਰਤਿਆ ਜਾਂਦਾ ਹੈ ਕਿ ਇੱਥੇ ਆਪਣਾਪਨ ਨਹੀਂ, ਇੱਥੇ ਪਰਾਇਆਪਨ ਹੈ। ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਗੁਰ ਸ਼ਬਦੀ ਵਿਚਾਰ, ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕੀਤੀ, ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋ ਗਿਆ ਕਿ ਮਤ ਕੋ ਭਰਮ ਭੁਲੇ ਸੰਸਾਰ, ਗੁਰ ਬਿਨ ਕੋਏ ਨ ਉਤਰਸ ਪਾਰ। ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਿਆਂ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕੀਤਿਆਂ ਹੀ ਇਸ ਭਵਜਲ ਵਿੱਚੋਂ ਪਾਰ ਲੰਘਿਆ ਜਾ ਸਕਦਾ ਹੈ। ਔਰ ਇੱਕ ਸਤਿਗੁਰੂ ਹੀ ਹੈ ਜੋ ਸਾਨੂੰ ਵਿਛੜਿਆਂ ਨੂੰ ਪਰਮੇਸ਼ਵਰ ਦੇ ਨਾਲ ਮਿਲਾ ਸਕਦਾ ਹੈ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਸਤਿਗੁਰੂ ਨੇ ਸਾਨੂੰ ਵਿਛੜੇ ਹੋਏ ਜੀਵਾਂ ਨੂੰ ਪਰਮੇਸ਼ਵਰ ਦੇ ਨਾਲ ਮਿਲਾਉਣਾ ਹੈ ਤੇ ਅਸੀਂ ਅਗਿਆਨਤਾ ਦੇ ਹਨੇਰੇ ਵਿੱਚ ਜਿਸ ਰਾਹ ਤੁਰੇ ਹਾਂ ਉੱਥੇ ਕਦੇ ਪਰਮੇਸ਼ਵਰ ਦਾ ਮਿਲਾਪ ਨਾ ਕਦੇ ਕਿਸੇ ਦਾ ਹੋਇਆ ਤੇ ਨਾ ਹੋਣਾ। ਇਸ ਲਈ ਸਤਿਗੁਰੂ ਹੀ ਸਾਨੂੰ ਵਿਛੜਿਆਂ ਨੂੰ ਮਿਲਾ ਸਕਦਾ ਹੈ, ਸਤਿਗੁਰੂ ਰਾਹੀਂ ਹੀ, ਕਿਉਂਕਿ ਸਤਿਗੁਰੂ ਨਾਮ ਦਾ ਦਾਤਾ ਵੀ ਹੈ। ਇਸ ਲਈ ਸਤਿਗੁਰੂ ਰਾਹੀਂ ਸੱਚੇ ਨਾਮ ਦੀ ਬਖਸ਼ਿਸ਼ ਮਿਲਣੀ ਹੈ, ਸਤਿਗੁਰੂ ਦੇ ਰਾਹੀਂ ਸੱਚਾ ਗਿਆਨ ਪ੍ਰਾਪਤ ਹੋਣਾ ਹੈ। ਔਰ ਉਹ ਸਤਿਗੁਰੂ ਜਿਹੜਾ ਹਰ ਵੇਲੇ ਸਾਡੇ ਅੰਗ ਸੰਗ, ਹਰ ਵੇਲੇ ਸਾਡੇ ਦੁੱਖ ਸੁੱਖ ਦੇ ਨਾਲ ਖਲੋਤਾ ਹੈ। ਜਦੋਂ ਅਸੀਂ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ ਤਾਂ ਸਾਨੂੰ ਸਤਿਗੁਰੂ ਦੀ ਸੋਝੀ ਆਏਗੀ, ਤਾਂ ਸਾਨੂੰ ਸਤਿਗੁਰੂ ਦਾ ਗਿਆਨ ਮਿਲੇਗਾ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਗੁਰ ਸ਼ਬਦੀ ਵਿਚਾਰ। ਜਿਨ੍ਹਾਂ ਨੇ ਗੁਰੂ ਦੀ ਸ਼ਬਦ ਨੂੰ ਵਿਚਾਰਿਆ ਉਹਨਾਂ ਨੂੰ ਸਤਿਗੁਰ ਦੀ ਸਮਝ ਆਈ, ਤੇ ਜਿਨ੍ਹਾਂ ਨੂੰ ਸਮਝ ਆਈ ਫਿਰ ਉਹਨਾਂ ਨੇ ਸਤਿਗੁਰੂ ਨਾਲ ਆਪਣਾਪਨ ਜਿਹੜਾ ਉਹ ਬਣਾ ਕੇ ਆਪਣਾ ਆਪਾ ਸਮਰਪਣ ਕਰਕੇ ਸਤਿਗੁਰੂ ਜੀ ਨੂੰ ਹਰ ਵੇਲੇ ਉਹ ਸਿਮਰਦੇ ਨੇ। ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਰ ਵੇਲੇ ਸੇਵਾ ਭਾਵਨਾ ਨਾਲ ਜੁੜਦੇ ਹਨ। ਸਤਿਗੁਰ ਸੇਵਨ ਆਪਣਾ, ਗੁਰ ਸ਼ਬਦੀ ਵਿਚਾਰ। ਅੱਜ ਦੇ ਇਸ ਪਾਵਨ ਸ਼ਲੋਕ ਵਿੱਚ ਜਿਹੜੀ ਪਹਿਲੀ ਪੰਕਤੀ ਹੈ ਕਿ ਉਹ ਗੁਰੂ ਸ਼ਬਦ ਦੀ ਵਿਚਾਰ ਨਾਲ ਸਤਿਗੁਰੂ ਜੀ ਨਾਲ ਆਪਣਾਪਨ ਜਿਹੜਾ ਬਣਾ ਕੇ ਹਰ ਵੇਲੇ ਸਤਿਗੁਰੂ ਜੀ ਨੂੰ ਸਿਮਰਦੇ ਰਹਿੰਦੇ ਹਨ। ਸਤ ਗੁਰ ਕਾ ਭਾਣਾ ਮਨ ਲੈਨ, ਹਰ ਨਾਮ ਰਖੈ ਉਰ ਧਾਰ। ਜਿਨ੍ਹਾਂ ਨੇ ਗੁਰੂ ਸ਼ਬਦ ਦੀ ਵਿਚਾਰ ਨਾਲ ਗਿਆਨ ਪ੍ਰਾਪਤ ਕੀਤਾ ਉਹਨਾਂ ਦਾ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਪਿਆਰ ਬਣ ਆਇਆ, ਕਿਉਂਕਿ ਗੱਲ ਵੀ ਉਹਦੀ ਮੰਨੀ ਜਾਂਦੀ ਹੈ ਜਿਹਦੇ ਨਾਲ ਪਿਆਰ ਹੋਵੇ, ਉਹਦੇ ਹੀ ਅਨੁਸਾਰ ਜੀਵਨ ਨੂੰ ਢਾਲ ਕੇ ਚੱਲਿਆ ਜਾਂਦਾ ਹੈ ਜਿਹਦੇ ਨਾਲ ਪ੍ਰੇਮ ਹੋਵੇ। ਹੁਣ ਜਦੋਂ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੇ ਤਾਂ ਸੋਝੀ ਆਈ, ਗਿਆਨ ਆਇਆ, ਸਮਝ ਆਈ। ਜਿਸ ਸਤਿਗੁਰੂ ਜੀ ਨੂੰ ਅਸੀਂ ਪਰਾਇਆ ਸਮਝਦੇ ਸੀ ਹੁਣ ਉਹਦੇ ਵਿੱਚ ਆਪਣਾਪਨ ਆ ਗਿਆ,
ਆਪਣਾਪਨ ਕਦੋਂ ਆਏਗਾ? ਜਦੋਂ ਵਿੱਚ ਪ੍ਰੇਮ ਹੋਏਗਾ, ਜਦੋਂ ਵਿੱਚ ਸੱਚੀ ਪ੍ਰੀਤ ਹੋਏਗੀ, ਜਦੋਂ ਪ੍ਰੇਮ ਭਾਵਨਾ ਅੰਦਰ ਪ੍ਰਗਟ ਹੋਏਗੀ। ਹੁਣ ਸਤਿਗੁਰੂ ਜੀ ਦੇ ਪਰਥਾਏ ਜਦੋਂ ਆਪਣਾਪਨ ਵਿੱਚ ਆ ਗਿਆ ਤੇ ਹੁਣ ਸਤਿਗੁਰੂ ਜੀ ਜੋ ਕਹਿੰਦੇ ਨੇ ਉਹ ਚੰਗਾ ਲੱਗਦਾ ਹੈ। ਸਤਿਗੁਰੂ ਜੀ ਦੀ ਰਜ਼ਾ ਦੇ ਅਨੁਸਾਰ ਚੱਲਣਾ ਚੰਗਾ ਲੱਗਦਾ ਹੈ। ਸਤਿਗੁਰੂ ਦੇ ਭਾਣੇ ਵਿੱਚ ਰਹਿਣਾ ਚੰਗਾ ਲੱਗਦਾ ਹੈ। ਪਹਿਲੇ ਜਦੋਂ ਆਪਣਾਪਨ ਨਹੀਂ ਸੀ ਸਤਿਗੁਰੂ ਜੀ ਦੇ ਨਾਲ, ਭਾਵ ਅੰਦਰ ਪ੍ਰੇਮ ਭਾਵਨਾ ਨਹੀਂ ਸੀ, ਫਿਰ ਸਤਿਗੁਰੂ ਜੀ ਦੀ ਹਰ ਗੱਲ ਜਿਹੜੀ ਹੈ ਉਹ ਕੌੜੀ ਲੱਗਦੀ ਸੀ। ਜੇ ਸਤਿਗੁਰੂ ਜੀ ਦੀ ਬਾਣੀ ਝਿੜਕਦੀ ਹੈ, ਬਾਣੀ ਦੇ ਰਾਹੀਂ ਝਿੜਕਾਂ ਵੀ ਪੈਂਦੀਆਂ ਕਈ ਵਾਰੀ ਸਾਡੇ ਮਨ ਨੂੰ, ਤੇ ਉਹ ਬੜਾ ਕੌੜਾ ਲੱਗਦਾ ਸੀ। ਪਰ ਹੁਣ ਜਦੋਂ ਸਤਿਗੁਰੂ ਜੀ ਦੇ ਨਾਲ ਆਪਣਾਪਨ ਅੰਦਰ ਜਿਹੜਾ ਹੈ ਉਹ ਬਣ ਗਿਆ, ਹੁਣ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ। ਹੁਣ ਸਤਿਗੁਰੂ ਜੀ ਦਾ ਝਿੜਕਣਾ ਵੀ ਜਿਹੜਾ ਉਹ ਮਿੱਠਾ ਲੱਗਦਾ ਹੈ, ਉਹ ਚੰਗਾ ਲੱਗਦਾ ਹੈ ਵੀ ਸਤਿਗੁਰੂ ਜੀ ਸਾਨੂੰ ਬਾਣੀ ਦੇ ਰਾਹੀਂ ਝਿੜਕਦੇ ਨੇ। ਕਿਉਂ ਝਿੜਕਦੇ? ਮਾਂ-ਬਾਪ ਆਪਣੇ ਬੱਚਿਆਂ ਨੂੰ ਕਿਉਂ ਝਿੜਕਦੇ ਨੇ? ਉਹਨਾਂ ਦੇ ਭਲੇ ਵਾਸਤੇ, ਉਹਨਾਂ ਦੇ ਸੁਧਾਰ ਵਾਸਤੇ ਝਿੜਕਦੇ ਨੇ ਬੱਚਿਆਂ ਨੂੰ। ਪਰ ਜੇ ਉਹਨਾਂ ਨੂੰ ਇਹ ਲੱਗੇ ਕਿ ਇਸ ਮਾਂ-ਬਾਪ ਜਿਹੜੇ ਸਾਨੂੰ ਐਵੇਂ ਹੀ ਝਿੜਕਦੇ ਰਹਿੰਦੇ ਨੇ, ਬਿਨਾਂ ਮਤਲਬ ਤੋਂ ਝਿੜਕਦੇ ਰਹਿੰਦੇ ਨੇ, ਫਿਰ ਉੱਥੇ ਆਪਣਾਪਨ ਮਾਫ ਕਰਨਾ ਖਤਮ ਹੋ ਜਾਂਦਾ ਹੈ। ਫਿਰ ਉਹਨਾਂ ਦੀਆਂ ਝਿੜਕਾਂ ਵੀ ਜਿਹੜੀਆਂ ਨੇ ਉਹ ਕੌੜੀਆਂ ਲੱਗਦੀਆਂ ਨੇ। ਫਿਰ ਬੱਚਾ ਪਰਤ ਕੇ ਮਾਂ-ਬਾਪ ਨੂੰ ਜਵਾਬ ਵੀ ਦੇਣ ਲੱਗ ਜਾਂਦਾ ਹੈ। ਪਰ ਜਿੱਥੇ ਆਪਣਾਪਨ ਆ ਜਾਏ, ਉੱਥੇ ਮਾਪਿਆਂ ਦੀਆਂ ਝਿੜਕਾਂ ਵੀ ਜਿਹੜੀਆਂ ਨੇ ਉਹ ਵੀ ਪਿਆਰੀਆਂ ਲੱਗਦੀਆਂ, ਕਿਉਂਕਿ ਜੇ ਝਿੜਕ ਰਹੇ ਨੇ ਤੇ ਸਾਡੇ ਫਾਇਦੇ ਵਾਸਤੇ, ਸਾਡੇ ਲਾਭ ਵਾਸਤੇ। ਜੇ ਸਤਿਗੁਰੂ ਜੀ ਬਾਣੀ ਅੰਦਰ ਸਾਨੂੰ ਝਿੜਕਾਂ ਮਾਰਦੇ ਨੇ, ਸਾਨੂੰ ਮਨ ਦੇ ਰਾਹੀਂ ਸਮਝਾਉਂਦੇ ਨੇ, ਮਨ ਨੂੰ ਮੂਰਖ ਵੀ ਕਹਿ ਦਿੰਦੇ ਨੇ। ਮਨ ਨੂੰ ਜਿਹੜਾ ਹੈ ਉਹ ਕਈ ਵਾਰ ਪਸ਼ੂ ਪੰਛੀਆਂ ਦੇ ਨਾਲ ਤੁਲਨਾ ਦੇ ਕੇ ਇਹ ਕਹਿ ਦਿੰਦੇ ਨੇ ਕਿ ਮਨ ਤਾਂ ਜਿਹੜਾ ਇਹ ਗਰਦਭ ਦੀ ਨਿਆਈ ਹੈ, ਮਨ ਤਾਂ ਇੱਕ ਕੂਕਰ ਦੀ ਤਰ੍ਹਾਂ ਹੈ, ਮਨ ਤਾਂ ਜਿਹੜਾ ਉਹ ਇੱਕ ਸੱਪ ਦੀ ਤਰ੍ਹਾਂ ਹੈ। ਜਿਵੇਂ ਉਹਦੇ ਵਿੱਚ ਜ਼ਹਿਰ ਹੁੰਦੀ ਹੈ, ਇਸੇ ਤਰ੍ਹਾਂ ਮਨ ਵਿੱਚ ਹੈ। ਜਿਵੇਂ ਇੱਕ ਕੂਕਰ ਕੁੱਤਾ ਹਲਕ ਜਾਂਦਾ ਹੈ, ਕਈ ਵਾਰ ਮਨ ਵੀ ਇਸੇ ਤਰ੍ਹਾਂ ਲੋਭ ਲਾਲਚ ਵਿੱਚ ਆ ਕੇ ਹਲਕ ਜਾਂਦਾ ਹੈ। ਬੜੀਆਂ ਝਿੜਕਾਂ ਗੁਰਬਾਣੀ ਵਿੱਚੋਂ ਦੀ ਮਨ ਦੇ ਤਲ ਤੇ ਪੈਂਦੀਆਂ ਨੇ। ਪਰ ਜਿਹਦਾ ਸਤਿਗੁਰੂ ਦੇ ਚਰਨਾਂ ਨਾਲ ਪਿਆਰ ਹੈ, ਉਹ ਤਾਂ ਫਿਰ ਕਹਿੰਦੇ ਸਤਿਗੁਰੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਝਿੜਕਾਂ ਮਾਰ ਕੇ ਵੀ ਸਮਝਾਉਣ ਦਾ ਯਤਨ ਕਰਦੇ ਹੋ। ਉਹਨਾਂ ਨੂੰ ਹਰ ਗੱਲ ਗੁਰਬਾਣੀ ਦੀ ਚੰਗੀ ਲੱਗਦੀ ਹੈ। ਗੁਰਬਾਣੀ ਸੁਣਨਾ, ਗੁਰਬਾਣੀ ਪੜ੍ਹਨਾ ਉਹਨਾਂ ਨੂੰ ਚੰਗਾ ਲੱਗਦਾ ਹੈ। ਤੇ ਜਿਨ੍ਹਾਂ ਦੇ ਵਿੱਚ ਆਪਣਾਪਨ ਨਹੀਂ ਹੈ ਨਾ, ਮਾਫ ਕਰਨਾ, ਨਾ ਸਤਿਗੁਰੂ ਜੀ ਦੀ ਬਾਣੀ ਸੁਣਨੀ ਚੰਗੀ ਲੱਗਦੀ ਹੈ ਤੇ ਨਾ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹਨਾ ਚੰਗਾ ਲੱਗਦਾ ਹੈ। ਉਹ ਸਤਿਗੁਰੂ ਦੇ ਭਾਣੇ ਨੂੰ ਕਦੇ ਵੀ, ਭਾਣੇ ਦਾ ਅਰਥ ਹੈ ਸਤਿਗੁਰੂ ਦੇ ਹੁਕਮ ਨੂੰ ਕਦੇ ਵੀ ਨਹੀਂ ਮੰਨਦੇ। ਉਹ ਸਤਿਗੁਰੂ ਜੀ ਦੇ ਬਚਨਾਂ ਦੇ ਆਧਾਰ ਤੇ ਕਦੇ ਵੀ ਜਿਹੜਾ ਉਹ ਚੱਲਦੇ ਹੀ ਨਹੀਂ, ਕਿਉਂਕਿ ਆਪਣਾਪਨ ਨਹੀਂ ਹੈ ਨਾ ਵਿੱਚ। ਜਿਨ੍ਹਾਂ ਦੇ ਵਿੱਚ ਸਤਿਗੁਰ ਸੇਵਨ ਆਪਣਾ, ਜਿਹੜਾ ਸਤਿਗੁਰੂ ਨੂੰ ਆਪਣਾ ਸਮਝ ਕੇ ਸਿਮਰਦੇ ਨੇ, ਸਤਿਗੁਰ ਕਾ ਭਾਣਾ ਮੰਨ ਲੈਣ, ਫਿਰ ਜੋ ਗੁਰ ਕਹੈ ਸੋਈ ਭਲ ਮਾਨੋ। ਫਿਰ ਜੋ ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਆਪਣੀ ਜ਼ਿੰਦਗੀ ਦਾ ਭਲਾ ਮੰਨ ਕੇ ਮੰਨ ਲੈਂਦੇ ਨੇ ਕਿ ਸਤਿਗੁਰੂ ਸਾਡੇ ਭਲੇ ਵਾਸਤੇ ਕਹਿ ਰਹੇ ਨੇ। ਗੁਰਬਾਣੀ ਸਾਨੂੰ ਦੁੱਖ ਦੇਣ ਵਾਸਤੇ ਨਹੀਂ ਹੈ, ਗੁਰਬਾਣੀ ਸਾਡਾ ਨੁਕਸਾਨ ਕਰਨ ਵਾਸਤੇ ਨਹੀਂ ਹੈ। ਸਤਿਗੁਰੂ ਜੀ ਦੀ ਇਹ ਪਵਿੱਤਰ ਬਾਣੀ ਸਾਨੂੰ ਸੁੱਖ ਦੇਣ ਵਾਸਤੇ ਹੈ। ਸਾਡਾ ਜਿਹੜਾ ਜ਼ਿੰਦਗੀ ਦਾ ਰੋਜ਼-ਰੋਜ਼ ਸਾਨੂੰ ਘਾਟਾ ਪੈ ਰਿਹਾ ਹੈ, ਉਸ ਘਾਟੇ ਤੋਂ ਬਚਾਉਣ ਵਾਸਤੇ, ਸਾਨੂੰ ਲਾਭ ਦੇਣ ਵਾਸਤੇ ਇਹ ਸਤਿਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ ਦਾ ਖਜ਼ਾਨਾ ਦਿੱਤਾ ਹੈ। ਤੇ ਜਿਹਦੇ ਵਿੱਚ ਆਪਣਾਪਨ, ਪ੍ਰੇਮ, ਪਿਆਰ, ਭਾਵਨਾ ਨਾਲ ਆ ਗਿਆ, ਉਹ ਸਤਿਗੁਰੂ ਕਾ ਭਾਣਾ ਮੰਨ ਲੈਣ। ਉਹ ਸਤਿਗੁਰੂ ਜੀ ਦੇ ਭਾਣੇ ਨੂੰ ਮੰਨ ਲੈਂਦੇ ਨੇ, ਉਹ ਸਤਿਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਦੇ ਨੇ। ਜਾਂ ਉਹ ਸਤਿਗੁਰੂ ਦੇ ਹੁਕਮ ਤੋਂ ਬਾਹਰ ਹੁੰਦੇ ਹੀ ਨਹੀਂ,
ਉਹ ਆਪਣਾ ਆਪਾ ਸਮਰਪਣ ਕਰਕੇ ਹਰ ਸਮੇਂ ਸਤਿਗੁਰੂ ਦੇ ਭਾਣੇ ਵਿੱਚ ਹੀ ਚੱਲਣ ਦਾ ਯਤਨ ਕਰਦੇ ਨੇ। ਤੇ ਸਤਿਗੁਰੂ ਜੀ ਦੀ ਅਸੀਂ ਗੱਲ ਕਿਹੜੀ ਮੰਨਣੀ ਹੈ? ਸਾਹਿਬ ਜੀ ਕਹਿੰਦੇ ਆ, ਤੂੰ ਹਰੀ ਦੇ ਨਾਮ ਨੂੰ, ਪਰਮੇਸ਼ਵਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ। ਹੇ ਮਨ, ਤੂੰ ਥਾਂ ਥਾਂ ਤੇ ਭਟਕਣ ਦੀ ਬਜਾਏ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਤੂੰ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜਿਆ ਰਹਿ ਤਾਂ ਕਿ ਹਿਰਦੇ ਦੇ ਅੰਦਰ ਪਰਮੇਸ਼ਵਰ ਦਾ ਨਾਮ ਵਸ ਜਾਏ। ਹੁਣ ਸਾਹਿਬ ਜੀ ਕਹਿੰਦੇ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਇਹ ਕੌਣ ਮੰਨੇਗਾ? ਜਿਹਦਾ ਗੁਰੂ ਨਾਲ, ਸਤਿਗੁਰੂ ਨਾਲ ਪਿਆਰ ਹੋਏਗਾ। ਸਾਹਿਬ ਜੀ ਕਹਿੰਦੇ, ਗਾਵੋ ਸੁਣੋ ਪੜੋ ਨਿਤ ਭਾਈ। ਤੁਸੀਂ ਨਿਤ ਇਹ ਕਿਰਿਆ, ਨਿਤ ਇਹ ਕਰਮ ਕਰਨਾ ਹੀ ਕਰਨਾ ਹੈ। ਅੰਮ੍ਰਿਤ ਬਾਣੀ ਨੂੰ ਗਾਓ ਵੀ, ਸੁਣੋ ਵੀ, ਪੜੋ ਵੀ, ਇਹ ਨਿਤ ਕਰਮ ਕਰੋ। ਪਰ ਕੌਣ ਕਰੇਗਾ? ਜਿਹਦਾ ਸਤਿਗੁਰੂ ਜੀ ਨਾਲ ਪਿਆਰ ਹੋਏਗਾ, ਉਹੀ ਸਤਿਗੁਰੂ ਜੀ ਦੀ ਗੱਲ ਮੰਨੇਗਾ। ਤੇ ਜਿਹਦਾ ਸਤਿਗੁਰੂ ਜੀ ਨਾਲ ਪਿਆਰ ਹੀ ਨਹੀਂ, ਉਹ ਸਤਿਗੁਰੂ ਦੀ ਗੱਲ ਨਹੀਂ ਮੰਨੇਗਾ। ਉਹ ਆਖੇਗਾ ਨਹੀਂ, ਜਦੋਂ ਸਾਡਾ ਚਿੱਤ ਕਰੇਗਾ ਉਦੋਂ ਅਸੀਂ ਸੁਣ ਲਾਂਗੇ, ਜਦੋਂ ਸਾਡਾ ਚਿੱਤ ਕਰੇਗਾ ਉਦੋਂ ਅਸੀਂ ਪੜ੍ਹ ਲਾਂਗੇ, ਜਦੋਂ ਸਾਨੂੰ ਚੰਗਾ ਲੱਗੇਗਾ ਅਸੀਂ ਉਦੋਂ ਉੱਠ ਕੇ ਨਾਮ ਸਿਮਰਨ ਕਰ ਲਾਂਗੇ। ਪਰ ਸਤਿਗੁਰੂ ਜੀ ਤੁਹਾਡੇ ਕਹਿਣ ਮੁਤਾਬਕ ਅਸੀਂ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ। ਅੰਮ੍ਰਿਤ ਵੇਲੇ ਆਲਸ ਨੂੰ ਤਿਆਗਣਾ ਸਾਡੇ ਲਈ ਔਖਾ। ਇਹ ਕੌਣ? ਜਿਨ੍ਹਾਂ ਦਾ ਸਤਿਗੁਰੂ ਨਾਲ ਪਿਆਰ ਨਹੀਂ। ਤੇ ਜਿਨ੍ਹਾਂ ਦਾ ਸਤਿਗੁਰੂ ਜੀ ਨਾਲ ਪਿਆਰ ਹੈ, ਉਹ ਗੁਰੂ ਸਾਹਿਬ ਦੀ ਹਰ ਗੱਲ ਮੰਨ ਕੇ ਉਸ ਮਾਰਗ ਤੇ ਚੱਲਦੇ ਨੇ। ਕਿਉਂ? ਕਿਉਂਕਿ ਸਤਿਗੁਰੂ ਜੀ ਸਾਡੇ ਭਲੇ ਵਾਸਤੇ ਕਹਿ ਰਹੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸਤਿਗੁਰੂ ਜੀ ਦੇ ਪਰਥਾਏ ਇੱਕ ਬਚਨ ਉਚਾਰਨ ਕੀਤਾ। ਕਹਿੰਦੇ, ਸਤਿਗੁਰ ਬੋਹਿਤ ਹਰ ਨਾਮ ਹੈ, ਕਿਤ ਬਿਦ ਚੜਿਆ ਜਾਏ। ਗੁਰੂ ਰਾਮਦਾਸ ਪਾਤਸ਼ਾਹ, ਸਤਿਗੁਰੂ ਜੀ ਕਹਿੰਦੇ ਵੀ ਜਿਹੜਾ ਸਤਿਗੁਰੂ, ਸੱਚਾ ਗੁਰੂ ਹੈ ਨਾ, ਇਹ ਨਾਮ ਪਰਮੇਸ਼ਵਰ ਦੇ ਨਾਮ ਦਾ ਇੱਕ ਬੋਹਿਤ, ਇੱਕ ਜਹਾਜ਼ ਹੈ। ਜਾਂ ਸਤਿਗੁਰੂ ਨਾਮ ਰੂਪੀ ਜਹਾਜ਼ ਹੈ, ਕਿਤ ਬਿਦ ਚੜਿਆ ਜਾਏ, ਉਹਦੇ ਵਿੱਚ ਕਿਵੇਂ ਸਵਾਰ ਹੋਇਆ ਜਾਏ? ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਇਸ ਭਵਜਲ ਵਿੱਚੋਂ ਦੀ ਪਾਰ ਲੰਘਾਉਣਾ ਹੈ, ਸਾਨੂੰ ਵਿਕਾਰਾਂ ਵਿੱਚੋਂ ਕੱਢਣਾ, ਸਾਨੂੰ ਵਿਕਾਰਾਂ ਦੀ ਜ਼ਹਿਰ ਵਿੱਚੋਂ ਦੀ ਬਾਹਰ ਕੱਢ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚੋਂ ਦੀ ਸਾਨੂੰ ਕੱਢ ਕੇ ਸਾਡਾ ਭਾਰ ਉਤਾਰਾ ਕਰਵਾਉਣਾ, ਜਾਂ ਸਾਨੂੰ ਵਿਛੜਿਆਂ ਨੂੰ ਨਿਰੰਕਾਰ ਨਾਲ ਮਿਲਾਉਣਾ ਹੈ। ਨਾਨਕ ਸਤਿਗੁਰੂ ਤਿਨਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਸਾਡਾ ਧੁਰ ਨਾਲ ਪਹਿਲਾਂ ਸੰਜੋਗ ਬਣਾਉਣਾ ਹੈ, ਤੇ ਜਿਹਨੇ ਧੁਰ ਨਾਲ ਆਪਣਾ ਸੰਜੋਗ ਬਣਾ ਲਿਆ ਉਹਨੂੰ ਵਿਛੜਿਆਂ ਨੂੰ ਮਿਲਾ ਦਿੱਤਾ ਸਤਿਗੁਰੂ ਨੇ। ਪਰ ਸਤਿਗੁਰੂ ਕੀ ਹੈ? ਸਤਿਗੁਰੂ ਨਾਮ ਰੂਪੀ ਜਹਾਜ਼ ਹੈ। ਹੁਣ ਜਹਾਜ਼ ਦੇ ਕੋਲ ਖੜਿਆਂ ਤੇ ਪਾਰ ਨਹੀਂ ਨਾ ਲੰਘਿਆ ਜਾਣਾ। ਤੁਸੀਂ 에ਅਰਪੋਰਟ ਤੇ ਜਾਓ ਤੇ ਜਾ ਕੇ ਤੁਸੀਂ ਜਹਾਜ਼ ਦੇ ਕੋਲ ਖਲੋ ਕੇ ਫੋਟੋ ਖਿਚਾ ਕੇ ਆ ਜਾਓ, ਤੇ ਤੁਸੀਂ ਦੁਨੀਆ ਨੂੰ ਭੁਲੇਖਾ ਪਾ ਸਕਦੇ ਹੋ ਵੀ ਮੈਂ ਇਸ ਜਹਾਜ਼ ਵਿੱਚ ਸਵਾਰ ਹੋ ਕੇ ਫਲਾਣੇ ਮੁਲਕ ਜਾ ਕੇ ਆਇਆ। ਪਰ ਜੇ ਕੋਈ ਸੂਝਵਾਨ ਹੋਏਗਾ ਉਹ ਕਹੇਗਾ ਕਿਹਨੂੰ ਮੂਰਖ ਬਣਾਉਣਾ ਹੈ, ਤੂੰ ਤੇ ਫੋਟੋ ਕੋਲ ਜਿਹੜਾ ਖੜ ਕੇ ਖਿਚਾਈ ਹੈ, ਤੂੰ ਉਹਦੇ ਵਿੱਚ ਸਵਾਰ ਤੇ ਹੋਇਆ ਹੀ ਨਹੀਂ। ਜਿਹਨੂੰ ਸਮਝ ਹੋਏਗੀ ਉਸੇ ਵੇਲੇ ਉਹਦੀ ਗੱਲ ਨੂੰ ਪਕੜ ਲਏਗਾ। ਉਹ ਆਖੇਗਾ ਸਿਰਫ ਫੋਟੋ ਹੀ ਖਿਚਾ ਕੇ ਆਇਆ, ਅੰਦਰ ਬੈਠਣਾ ਤੇ ਤੈਨੂੰ ਨਸੀਬ ਹੋਇਆ ਹੀ ਨਹੀਂ। ਮਾਫ ਕਰਨਾ, ਅਸੀਂ ਵੀ ਕਿਤੇ ਬਾਹਰੋਂ ਖਲੋ ਕੇ ਫੋਟੋਆਂ ਖਿਚਾ ਕੇ ਹੀ ਤੇ ਨਹੀਂ ਚਲੇ ਜਾਂਦੇ। ਸਮਝਣ ਦੀ ਲੋੜ ਹੈ। ਆਹ ਜਹਾਜ਼ ਹੈ ਜਿਹਦੇ ਅੰਦਰ ਆਪਾਂ ਬੈਠੇ ਹੋਏ ਆ, ਇਹਦੇ ਅੰਦਰ ਆ ਕੇ ਸਾਨੂੰ ਜਗ੍ਹਾ ਮਿਲ ਗਈ ਹੈ ਬੈਠਣ ਦੀ, ਆਪਾਂ ਬੈਠੇ ਆ। ਪਰ ਬਹੁਤਾਤ ਵਿੱਚ ਕੀ ਹੁੰਦਾ ਹੈ, ਬੰਦਾ ਬਾਹਰੋਂ ਹੀ ਸੈਲਫੀਆਂ ਖਿੱਚ ਕੇ ਚਲਾ ਜਾਂਦਾ ਹੈ, ਬਾਹਰੋਂ ਹੀ ਫੋਟੋਆਂ ਖਿਚਾ ਕੇ ਜਿਹੜਾ ਉਹ ਚਲਾ ਜਾਂਦਾ ਹੈ, ਤੇ ਕਈ ਵਾਰ ਦਿਖਾਉਂਦਾ ਵੀ ਆਹ ਦੇਖੋ ਮੈਂ ਗੁਰੂ ਘਰ ਗਿਆ ਸਾਂ। ਤੇ ਜਿਹੜਾ ਸੂਝਵਾਨ ਹੋਏਗਾ ਉਹ ਕਹੇਗਾ ਵੀ ਬਾਹਰੋਂ ਹੀ ਫੋਟੋ ਖਿਚਾ ਕੇ ਆਏ ਆ ਕਿ ਅੰਦਰ ਵੀ ਮੱਥਾ ਟੇਕ ਕੇ ਆਏ ਆ, ਅੰਦਰ ਵੀ ਕਿਤੇ ਗੁਰੂ ਸਤਿਗੁਰੂ ਦੀ ਗੱਲ ਸੁਣ ਕੇ ਆਏ ਆ। ਤੇ ਜੇ ਤਾਂ ਉਹ ਸਤਿਗੁਰੂ ਦੀ ਗੱਲ ਸੁਣ ਕੇ ਅੰਦਰ ਬੈਠ ਕੇ ਆਇਆ ਹੋਏਗਾ, ਫਿਰ ਤਾਂ ਉਹ ਬੜੇ ਖੁਸ਼ ਪ੍ਰਸੰਨ ਹੋ ਕੇ ਕਹੇਗਾ ਕਿ ਮੈਂ ਸਤਿਗੁਰੂ ਦੀ ਗੱਲ ਸੁਣ ਕੇ ਆਇਆ।
ਪਰ ਦੇਖਣ ਦੇ ਵਿੱਚ ਐਸਾ ਹੁੰਦਾ ਸਾਡਾ ਸਿਸਟਮ ਹੀ ਇਸ ਤਰ੍ਹਾਂ ਦਾ ਬਣਦਾ ਜਾ ਰਿਹਾ ਹੈ। ਸਤਿਗੁਰੂ ਮਿਹਰ ਕਰਨ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸਤਿਗੁਰ ਬੋਹਿਤ ਹਰ ਨਾਮ ਹੈ। ਸਤਿਗੁਰੂ ਕੀ ਹੈ? ਨਾਮ ਰੂਪੀ ਜਹਾਜ਼ ਹੈ। ਕਿਤ ਬਿਦ ਚੜਿਆ ਜਾਏ, ਇਹਦੇ ਵਿੱਚ ਕਿਵੇਂ ਸਵਾਰ ਹੋਇਆ ਜਾਏ, ਕਿਵੇਂ ਇਹਦੇ ਵਿੱਚ ਸਵਾਰ ਹੋ ਕੇ ਇਹਦੇ ਵਿੱਚ ਬੈਠਿਆ ਜਾਏ, ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣੀ ਥਾਂ ਕਿਵੇਂ ਬਣਾਈ ਜਾਏ। ਆਪਣੀ ਅਕਲ ਮਤ ਸਿਆਣਪ ਨਾਲ ਤੇ ਨਹੀਂ ਬਣਨੀ, ਆਪਣੀਆਂ ਚਤੁਰਾਈਆਂ ਤੇ ਚਲਾਕੀਆਂ ਨਾਲ ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਥਾਂ ਤੇ ਨਹੀਂ ਬਣਾ ਸਕਦੇ, ਕਿਉਂਕਿ ਸਾਡੀਆਂ ਚਤੁਰਾਈਆਂ ਚਲਾਕੀਆਂ ਤੇ ਦੁਨੀਆ ਦੇ ਸਾਹਮਣੇ ਚੱਲ ਸਕਦੀਆਂ ਨੇ, ਸਤਿਗੁਰੂ ਜੀ ਦੇ ਸਨਮੁਖ ਨਹੀਂ। ਫਿਰ ਕਿਤ ਬਿਦ ਚੜਿਆ ਜਾਏ, ਕਿਸ ਤਰੀਕੇ ਨਾਲ ਇਸ ਨਾਮ ਰੂਪੀ ਜਹਾਜ਼ ਵਿੱਚ ਸਵਾਰ ਹੋਇਆ ਜਾਏ। ਤੇ ਗੁਰੂ ਰਾਮਦਾਸ ਜੀ ਪਹਿਲਾਂ ਸਵਾਲ ਕੀਤਾ, ਨਾਲ ਹੀ ਜਵਾਬ ਦਿੱਤਾ। ਕਹਿੰਦੇ ਸਤਿਗੁਰ ਕੈ ਭਾਣੈ ਜੋ ਚੱਲੈ, ਵਿੱਚ ਬੋਹਿਤ ਬੈਠਾ ਆਏ। ਕਹਿੰਦੇ ਜਿਹੜਾ ਸਤਿਗੁਰੂ ਦੇ ਭਾਣੇ ਵਿੱਚ ਚੱਲੇਗਾ, ਜਿਹੜਾ ਸਤਿਗੁਰੂ ਦੇ ਹੁਕਮ ਵਿੱਚ ਚੱਲੇਗਾ, ਜਿਹੜਾ ਸਤਿਗੁਰੂ ਜੀ ਦੀ ਰਜ਼ਾ ਦੇ ਵਿੱਚ ਰਾਜ਼ੀ ਹੋਵੇਗਾ, ਉਹੀ ਇਸ ਜਹਾਜ਼ ਵਿੱਚ ਬੈਠ ਸਕਦਾ ਹੈ। ਤੇ ਕੌਣ ਰਾਜੀ ਹੋਏਗਾ? ਜਿਹਦਾ ਗੁਰੂ ਸਤਿਗੁਰੂ ਦੇ ਚਰਨਾਂ ਨਾਲ ਪਿਆਰ ਹੋਏਗਾ। ਹੁਣ ਵਿੱਚ ਬੋਹਿਤ ਬੈਠਾ ਆਏ ਕੌਣ ਹੈ? ਸਤਿਗੁਰੂ ਦਾ ਭਾਣਾ ਕੌਣ ਮੰਨੇਗਾ? ਜਿਹਦਾ ਸਤਿਗੁਰੂ ਜੀ ਦੇ ਨਾਲ ਪਿਆਰ ਹੋਏਗਾ। ਉਹੀ ਸਤਿਗੁਰੂ ਜੀ ਦੀ ਗੱਲ ਮੰਨੇਗਾ, ਸੁਣੇਗਾ, ਕਿਉਂਕਿ ਜਿਹਦਾ ਸਤਿਗੁਰੂ ਨਾਲ ਪਿਆਰ ਨਹੀਂ, ਉਹ ਨਾ ਸੁਣੇਗਾ ਤੇ ਨਾ ਮੰਨੇਗਾ। ਇਸ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਵੀ ਆਖਦੇ ਨੇ, ਸਾਹਿਬ ਕਹਿੰਦੇ ਜਿਨ੍ਹਾਂ ਨੇ ਸਤਿਗੁਰ ਸੇਵਨ ਆਪਣਾ ਪਨ ਵਿੱਚ ਰੱਖ ਕੇ ਪ੍ਰੇਮ ਪਿਆਰ ਭਾਵਨਾ ਨਾਲ ਸਤਿਗੁਰੂ ਜੀ ਨੂੰ ਸਿਮਰਿਆ। ਕਿਵੇਂ ਸਿਮਰਿਆ ਤੇ ਆਪਣਾ ਪਨ ਕਿਵੇਂ ਆਇਆ? ਫਿਰ ਇੱਕ ਵਾਰ ਰਿਪੀਟ ਕਰਦੇ ਆਂ, ਗੁਰ ਸ਼ਬਦੀ ਵਿਚਾਰ। ਸਤਿਗੁਰੂ ਦੇ ਸ਼ਬਦ ਦੀ ਵਿਚਾਰ ਜਦੋਂ ਕੀਤੀ, ਉਹ ਵਿਚਾਰ ਜਦੋਂ ਪੱਲੇ ਪਈ, ਉਹ ਜਦੋਂ ਵਿਚਾਰ ਸਮਝ ਵਿੱਚ ਆਈ, ਫਿਰ ਪਤਾ ਲੱਗਾ ਵੀ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ। ਹਰ ਵੇਲੇ ਅੰਗ ਸੰਗ ਰਹਿਣ ਵਾਲਾ ਕੌਣ ਹੈ ਤੇ ਜਿਹੜੇ ਹਰ ਵੇਲੇ ਨਾਲ ਰਹਿਣ ਵਾਲੇ ਨੇ, ਇਹ ਦੁੱਖ ਦੀ ਮੁਸੀਬਤ ਦੀ ਘੜੀ ਵਿੱਚ ਪਰਾਏ ਹੋ ਜਾਣ ਵਾਲੇ ਨੇ। ਜਦੋਂ ਇਹ ਸੱਚ ਝੂਠ ਦੀ ਸਮਝ ਆਈ, ਫਿਰ ਆਪਣਾ ਪਨ ਸਤਿਗੁਰੂ ਜੀ ਦੇ ਨਾਲ ਬਣਿਆ। ਉਹਦੇ ਵਿੱਚ ਸਤਿਗੁਰ ਕਾ ਭਾਣਾ ਮੰਨ ਲੈਣ, ਜਿਨ੍ਹਾਂ ਵਿੱਚ ਆਪਣਾ ਪਨ ਆ ਗਿਆ ਨਾ, ਸਤਿਗੁਰੂ ਦੇ ਪਰਥਾਏ, ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਪਿਆਰ ਪ੍ਰੇਮ ਬਣ ਗਿਆ, ਉਹ ਫਿਰ ਸਤਿਗੁਰੂ ਜੀ ਦਾ ਭਾਣਾ ਮੰਨ ਲੈਂਦੇ ਨੇ, ਉਹ ਸਤਿਗੁਰੂ ਜੀ ਦਾ ਹੁਕਮ ਮੰਨ ਲੈਂਦੇ ਨੇ, ਉਹ ਸਤਿਗੁਰੂ ਜੀ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿੰਦੇ ਨੇ। ਤੇ ਜਿਹੜੇ ਭਾਣੇ ਮੰਨ ਲੈਂਦੇ ਨੇ, ਹਰ ਨਾਮ ਰੱਖੈ ਉਰ ਧਾਰ, ਉਰ ਕਹਿੰਦੇ ਹਿਰਦਾ, ਹਿਰਦੇ ਵਿੱਚ ਨਾਮ ਨੂੰ ਧਾਰਨ ਕਰ ਲੈਂਦੇ ਹਨ। ਪਰ ਧਿਆਨ ਰੱਖਿਓ, ਹਿਰਦੇ ਵਿੱਚ ਨਾਮ ਤਾਂ ਪਹੁੰਚੇਗਾ ਜੇ ਪਹਿਲਾਂ ਸਾਡੇ ਦਿਮਾਗ ਵਿੱਚ ਪਹੁੰਚੇਗਾ, ਕਿਉਂਕਿ ਰਸਤਾ ਦਿਮਾਗ ਤੋਂ ਹਿਰਦੇ ਵਿੱਚ ਜਾਂਦਾ ਹੈ। ਅਸੀਂ ਕਹਿੰਦੇ ਇੱਕ ਭਵਜਲ ਪਾਰ ਕਰਨਾ, ਇੱਕ ਸਮੁੰਦਰ ਪਾਰ ਕਰਨਾ। ਉਹ ਸਮੁੰਦਰ ਕਿਹੜਾ ਹੈ? ਆ ਜਿਹੜਾ ਦਿਮਾਗ ਤੋਂ ਦਿਲ ਤੱਕ ਜਿਹੜਾ ਆ ਵਿਚਕਾਰ ਗਰਦਨ ਹੈ ਨਾ, ਇਹ ਪੁੱਲ ਬਣਿਆ ਹੋਇਆ ਹੈ। ਇਹ ਸਮੁੰਦਰ ਹੈ ਸਾਰਾ, ਜਿਹਦੇ ਵਿੱਚ ਅਸੀਂ ਡੁੱਬਦੇ ਹਾਂ, ਜਿਹਦੇ ਵਿੱਚ ਡੁੱਬਣ ਦਾ ਖਤਰਾ ਹੁੰਦਾ ਹੈ। ਆ ਪੁੱਲ ਬਣਿਆ ਹੋਇਆ ਹੈ। ਮਹਿਸੂਸ ਕਰੋ ਵੀ ਇੱਕ ਗਰਦਨ ਇੱਕ ਪੁੱਲ ਹੈ। ਅਸੀਂ ਦਿਮਾਗ ਦੇ ਰਸਤੇ ਤੋਂ ਹਿਰਦੇ ਵਿੱਚ ਜਾਣਾ ਹੈ, ਪਰ ਜਾਣ ਵਾਸਤੇ ਸਾਨੂੰ ਇਸ ਪੁੱਲ ਤੋਂ ਗੁਜ਼ਰਨਾ ਪੈਣਾ ਹੈ। ਔਰ ਜਦੋਂ ਅਸੀਂ ਇਸ ਪੁੱਲ ਤੋਂ ਕਿਵੇਂ ਗੁਜ਼ਰਾਂਗੇ? ਜਦੋਂ ਸਾਡੇ ਕੋਲ ਨਾਮ ਦਾ ਆਸਰਾ ਹੋਏਗਾ, ਸਤਿਗੁਰੂ ਜੀ ਦਾ ਉਪਦੇਸ਼ ਸਾਡੇ ਕੋਲ ਹੋਏਗਾ, ਸਾਡੇ ਕੋਲ ਸਤਿਗੁਰੂ ਜੀ ਦਾ ਗਿਆਨ ਹੋਏਗਾ। ਫਿਰ ਇੱਥੇ ਲੜ ਖੜਾਵਾਂਗੇ ਨਹੀਂ, ਫਿਰ ਡੱਗ ਮਗਾਵਾਂਗੇ ਨਹੀਂ, ਫਿਰ ਡੋਲਾਂਗੇ ਨਹੀਂ, ਫਿਰ ਦਿਮਾਗ, ਕਿਉਂਕਿ ਮਨ ਜਿਹੜਾ ਉਹ ਸਾਡਾ ਦਿਮਾਗ ਹੈ। ਅਸੀਂ ਦਿਮਾਗ ਤੋਂ ਮਨ ਦੇ ਰਾਹੀਂ ਫਿਰ ਸ਼ਬਦ ਨੂੰ ਲੈ ਕੇ, ਨਾਮ ਨੂੰ ਲੈ ਕੇ ਆਪਣੇ ਹਿਰਦੇ ਵਿੱਚ ਵਸਾ ਲਾਂਗੇ। ਪਰ ਕੌਣ ਵਸਾਏਗਾ? ਸਤਿਗੁਰ ਕਾ ਭਾਣਾ ਮੰਨ ਲੈਣ, ਜਿਹੜੇ ਸਤਿਗੁਰੂ ਜੀ ਦੇ ਭਾਣੇ ਨੂੰ ਮੰਨਣਗੇ, ਜੋ ਸਤਿਗੁਰੂ ਪਾਤਸ਼ਾਹ ਜੀ ਬਾਣੀ ਰਾਹੀਂ ਸਾਨੂੰ ਸਮਝਾ ਰਹੇ ਨੇ, ਉਹਨੂੰ ਸਮਝ ਲੈਣਗੇ। ਜਿਨ੍ਹਾਂ ਨੂੰ ਗੁਰਬਾਣੀ ਸਮਝ ਵਿੱਚ ਆ ਜਾਏਗੀ,
ਤੇ ਗੁਰਬਾਣੀ ਦੇ ਆਧਾਰ ਤੇ ਜਿਹੜਾ ਆਪਣੇ ਜੀਵਨ ਨੂੰ ਢਾਲੇਗਾ, ਕਰਮ ਕਾਂਡ ਵਹਿਮ ਭਰਮ ਤੋਂ ਛੁਟਕਾਰਾ ਪਾ ਕੇ ਹਰ ਨਾਮ ਰੱਖੈ ਉਰ ਧਾਰ, ਉਹ ਫਿਰ ਆਪਣੇ ਹਿਰਦੇ ਦੇ ਅੰਦਰ ਪਰਮੇਸ਼ਵਰ ਦੇ ਨਾਮ ਨੂੰ ਵਸਾ ਲੈਂਦੇ ਹਨ। ਐਥੈ ਉਥੈ ਮੰਨਿਆਨ ਹਰ ਨਾਮ ਲੱਗੇ ਵਪਾਰ। ਇੱਥੇ ਉੱਥੇ ਜਿਹਨੂੰ ਲੋਕ ਔਰ ਪਰਲੋਕ ਆਖਦੇ ਆ, ਜਾਂ ਜਿਹਨੂੰ ਦਿਮਾਗ ਔਰ ਦਿਲ ਆਖਦੇ ਆ, ਕਹਿੰਦੇ ਇੱਥੇ ਔਰ ਉੱਥੇ ਮੰਨੀਆਂ ਮੰਨੇ ਜਾਂਦੇ ਹਨ, ਭਾਵ ਸਤਕਾਰੇ ਜਾਂਦੇ ਹਨ। ਉਹਨਾਂ ਨੂੰ ਮਾਣ ਸਨਮਾਨ ਇੱਜ਼ਤ ਪਿਆਰ ਇੱਥੇ ਵੀ ਮਿਲਦਾ ਹੈ ਤੇ ਉੱਥੇ ਵੀ ਮਿਲਦਾ ਹੈ। ਸਤਿਗੁਰੂ ਜੀ ਦੇ ਭਾਣੇ ਨੂੰ ਮੰਨ ਕੇ ਜਿਹੜੇ ਚੱਲਦੇ ਨੇ, ਉਹਨਾਂ ਨੂੰ ਸਤਿਗੁਰੂ ਦੇ ਦਰਬਾਰ ਵਿੱਚ ਵੀ ਮਾਣ ਵਡਿਆਈ ਮਿਲਦੀ, ਔਰ ਜਦੋਂ ਉਹ ਸੰਸਾਰ ਵਿੱਚ ਚੱਲਦੇ ਨੇ ਉੱਥੇ ਵੀ ਉਹਨਾਂ ਨੂੰ ਮਾਣ ਵਡਿਆਈ ਮਿਲਦੀ ਹੈ। ਉਹਨਾਂ ਨੂੰ ਸੰਸਾਰ ਵਿੱਚ ਵੀ ਮਾਣ ਪਿਆਰ ਸਤਿਕਾਰ ਤੇ ਮਾਲਕ ਦੇ ਘਰ ਵਿੱਚ ਵੀ ਉਹਨਾਂ ਨੂੰ ਮਾਣ ਤੇ ਸਨਮਾਨ ਪ੍ਰਾਪਤ ਹੁੰਦਾ ਹੈ। ਕਿਉਂ ਮੰਨੇ ਜਾਂਦੇ ਨੇ, ਕਿਉਂ ਉਹ ਪਰਵਾਨੇ ਜਾਂਦੇ ਨੇ, ਉਹ ਕਿਉਂ ਮੰਨਣ ਯੋਗ ਸਤਿਕਾਰ ਯੋਗ ਹੋ ਜਾਂਦੇ ਨੇ? ਹਰ ਨਾਮ ਲੱਗੇ ਵਪਾਰ, ਕਿਉਂਕਿ ਸਤਿਗੁਰੂ ਜੀ ਦੇ ਭਾਣੇ ਵਿੱਚ ਚੱਲ ਕੇ, ਸਤਿਗੁਰੂ ਜੀ ਦੇ ਹੁਕਮ ਵਿੱਚ ਚੱਲ ਕੇ ਉਹ ਸੱਚੇ ਨਾਮ ਦੇ ਵਪਾਰੀ ਬਣ ਜਾਂਦੇ ਨੇ। ਇੱਕ ਗੱਲ ਧਿਆਨ 'ਚ ਰੱਖਿਓ, ਉਹ ਨਾਮ ਦੇ ਵਪਾਰੀ ਬਣ ਜਾਂਦੇ ਨੇ, ਨਾਮ ਦਾ ਵਪਾਰ ਨਹੀਂ ਕਰਦੇ। ਬੜਾ ਫਰਕ ਹੈ ਦੋਵਾਂ ਵਿੱਚ। ਉਹ ਨਾਮ ਦੇ ਵਪਾਰੀ ਬਣ ਕੇ ਨਾਮ ਦਾ ਸੌਦਾ ਇਕੱਠਾ ਕਰਦੇ ਨੇ, ਇਹਦੇ ਬਦਲੇ ਉਹ ਨਾਮ ਦਾ ਵਪਾਰ ਨਹੀਂ ਕਰਦੇ। ਕਿਉਂਕਿ ਆਮ ਤੌਰ ਤੇ ਅਸੀਂ ਸੰਸਾਰ ਵਿੱਚ ਵੇਖਦੇ ਹਾਂ ਨਾ, ਅਸੀਂ ਆਪਣੀ ਪਟੜੀ ਤੋਂ ਉਤਰ ਕੇ ਲੋਭ ਤੇ ਲਾਲਚ ਵਿੱਚ ਆ ਕੇ ਬੰਦਾ ਕਈ ਵਾਰੀ ਦੁਨੀਆ ਵਿੱਚ ਹਰ ਇੱਕ ਚੀਜ਼ ਦਾ ਵਪਾਰ ਤੇ ਕਰਦਾ ਹੈ, ਪਰ ਇੰਨਾ ਉਹ ਸ਼ਰਮ ਹਿਆ ਨੂੰ ਉਤਾਰ ਦਿੰਦਾ ਹੈ, ਕਈ ਵਾਰੀ ਉਹ ਨਾਮ ਦਾ ਵੀ ਵਪਾਰ ਕਰ ਦਿੰਦਾ ਹੈ। ਅਸੀਂ ਨਾਮ ਦਾ ਵਪਾਰ ਕਰਨਾ ਨਹੀਂ, ਅਸੀਂ ਨਾਮ ਦੇ ਵਪਾਰੀ ਬਣਨਾ ਹੈ। ਗੁਰੂ ਸਾਹਿਬ ਤਾਂ ਕਹਿੰਦੇ ਤੁਸੀਂ ਆਓ ਵਣਜ ਕਰਨ ਨਹੀਂ ਆਏ ਆਪਾਂ, ਇੱਥੇ ਅਸੀਂ ਮਨੁੱਖਾ ਦੇਹੀ ਵਿੱਚ ਕੀ ਕਰਨ ਆਏ ਆ? ਬੜੀ ਵਾਰ ਆਪ ਜੀ ਨਾਲ ਸਾਂਝ ਪਾਈ ਕਿ ਅਸੀਂ ਸਿਰਫ ਅੰਨ ਖਾਣ ਹੀ ਆਏ ਆ। ਅੰਨ ਖਾਣਾ ਤੇ ਜਿਹੜਾ ਉਹ ਹਰ ਇੱਕ ਨੂੰ ਨਸੀਬ ਹੁੰਦਾ ਹੈ। ਪਸ਼ੂ ਵੀ ਖਾ ਲੈਂਦੇ ਨੇ, ਪੰਛੀ ਵੀ ਉਹ ਆਪਣਾ ਜਿਹੜਾ ਚੋਗਾ ਚੁਗ ਲੈਂਦੇ ਨੇ, ਜਾਨਵਰ ਨੂੰ ਵੀ ਇੱਕ ਪੱਥਰ ਵਿੱਚ ਪਏ ਕੀੜੇ ਨੂੰ ਵੀ ਖੁਰਾਕ ਮਿਲ ਜਾਂਦੀ ਹੈ। ਜਿਹੜਾ ਪਾਣੀ ਦੇ ਵਿੱਚ ਰਹਿਣ ਵਾਲਾ ਜੀਵ ਹੈ, ਪੇਟ ਤੇ ਉਹ ਵੀ ਆਪਣਾ ਭਰ ਲੈਂਦਾ ਹੈ। ਜਾਂ ਅਸੀਂ ਇੱਥੇ ਸਿਰਫ ਸੌਣ ਤੇ ਖਾਣ ਵਾਸਤੇ ਹੀ ਜ਼ਿੰਦਗੀ ਜਿਉਣ ਆਏ ਆ, ਇਹ ਕੰਮ ਤੇ ਪਸ਼ੂ ਪੰਛੀ ਵੀ ਕਰ ਲੈਂਦੇ ਆ। ਮਨੁੱਖਾ ਜਨਮ ਵਿੱਚ ਅਸੀਂ ਕੀ ਉਚੇਚਾ ਕਰਮ ਕਰਨ ਆਏ? ਅਸੀਂ ਨਾਮ ਦੇ ਵਪਾਰੀ ਬਣ ਕੇ ਨਾਮ ਦਾ ਸੌਦਾ ਇਕੱਠਾ ਕਰਨ ਆਏ ਆ। ਸਤਿਗੁਰੂ ਜੀ ਤਾਂ ਹੋਕਾ ਦਿੰਦੇ ਨੇ, ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲਾ, ਤੈਸੀ ਵਸਤ ਵਿਸਾਹੀਐ ਜੈਸੀ ਨਿਭੈ। ਨਾਲ ਕਹਿਣ ਲੱਗੇ ਉਹ ਸੌਦਾ ਇਕੱਠਾ ਕਰ, ਨਾਮ ਦਾ ਵਪਾਰੀ ਬਣ ਕੇ, ਜਿਹੜਾ ਤੇਰੇ ਨਾਲ ਨਿਭ ਜਾਏ। ਤੇ ਨਾਲ ਕੀ ਨਿਭਣਾ? ਸਾਥ ਨਾ ਚੱਲੈ ਬਿਨ ਭਜਨ ਵਿਖਿਆ, ਸਗਲੀ ਚਾਰ ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਸਾਹਿਬ ਕਹਿੰਦੇ ਆ ਜਿਹੜਾ ਤੈਨੂੰ ਨਾਮ ਦਾ ਧਨ, ਨਾਮ ਦਾ ਸੌਦਾ ਦਿੱਤਾ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ, ਤੂੰ ਸਤਿਗੁਰੂ ਦੇ ਦੁਆਰੇ ਆ, ਸੰਗਤ ਵਿੱਚ ਬੈਠ ਕੇ ਨਾਮ ਦਾ ਵਪਾਰੀ ਬਣ ਕੇ ਬੈਠ ਤੇ ਨਾਮ ਦਾ ਸੌਦਾ ਇਕੱਠਾ ਕਰ। ਤੇ ਸੌਦਾ ਵੰਡਿਆ ਜਾ ਰਿਹਾ, ਗੁਰਬਾਣੀ ਦੇ ਪਾਠ ਰੂਪ ਵਿੱਚ ਵੀ ਵੰਡਿਆ ਜਾ ਰਿਹਾ, ਕੀਰਤਨ ਰੂਪ ਵਿੱਚ ਵੀ ਵੰਡਿਆ ਜਾ ਰਿਹਾ, ਔਰ ਇਹ ਕਥਾ ਰੂਪ ਵਿਚਾਰ ਦੇ ਰੂਪ ਵਿੱਚ ਵੀ ਵੰਡਿਆ ਜਾ ਰਿਹਾ। ਹੁਣ ਅਸੀਂ ਵਪਾਰੀ ਬਣ ਕੇ ਬੈਠਾਂਗੇ ਤਾਂ ਹੀ ਇਹ ਸੌਦਾ ਇਕੱਠਾ ਕਰਾਂਗੇ। ਸਾਨੂੰ ਨਾਮ ਦੇ ਵਪਾਰੀ ਬਣ ਕੇ ਆਉਣਾ ਪਏਗਾ ਤੇ ਨਾਮ ਦਾ ਸੌਦਾ ਇਕੱਠਾ ਜਿਹੜਾ ਉਹ ਕਰਨਾ ਪਏਗਾ। ਤਾਂ ਹੀ ਸਾਹਿਬ ਕਹਿੰਦੇ ਵਣਜ ਕਰੋ ਵਣਜਾਰੇ ਹੋ। ਤੇ ਜੇ ਵਣਜਾਰਾ ਸੋਚਦਾ ਕੋਈ ਗੱਲ ਨਹੀਂ, ਸੌਦਾ ਇਕੱਠਾ ਕਰਨਾ ਹੈ, ਅੱਜ ਨਹੀਂ ਕੱਲ ਕਰ ਲਾਂਗੇ, ਹਜੇ ਬੜਾ ਟਾਈਮ ਪਿਆ, ਬੜਾ ਸਮਾਂ ਪਿਆ, ਜ਼ਿੰਦਗੀ ਦੇ ਬੜੇ ਹਜੇ
ਸਾਲ ਪਏ ਨੇ ਵਪਾਰ ਕਰਨ ਵਾਸਤੇ, ਭਾਵ ਨਾਮ ਦਾ ਸੌਦਾ ਇਕੱਠਾ ਕਰਨ ਵਾਸਤੇ। ਤੇ ਜਿਹਨੇ ਅੱਜ ਆਲਸ ਕਰ ਲਿਆ ਉਹ ਕੱਲ ਕਿੱਥੋਂ ਨਾਮ ਦਾ ਸੌਦਾ ਇਕੱਠਾ ਕਰ ਲੇਗਾ। ਜਿਹਨੇ ਅੱਜ ਦੀ ਗੱਲ ਕੱਲ ਉੱਤੇ ਪਾ ਲਈ ਉਹਦੀ ਜ਼ਿੰਦਗੀ ਵਿੱਚ ਕੱਲ ਕਦੇ ਆਉਂਦੀ ਹੋਈ ਨਹੀਂ। ਔਰ ਦੂਸਰੀ ਗੱਲ, ਸਤਿਗੁਰੂ ਜੀ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਕਹਿਣ ਲੱਗੇ ਤੂੰ ਸੋਚਦਾ ਵੀ ਕੋਈ ਗੱਲ ਨਹੀਂ, ਨਾਮ ਦਾ ਸੌਦਾ ਹੀ ਇਕੱਠਾ ਕਰਨਾ, ਅਜੇ ਤੇ ਜ਼ਿੰਦਗੀ ਬੜੀ ਪਈ ਹੈ। ਪਰ ਸਾਹਿਬ ਕਹਿੰਦੇ ਨਾਲ ਇਹ ਵੀ ਸੁਣ ਲਈ, ਜਾਗੋ ਜਾਗੋ ਸੁਤਿਓ ਚੱਲਿਆ ਵਣਜਾਰਾ। ਉਹ ਸੁੱਤੇ ਬੰਦੇ ਜਾਗ, ਦੇਖ ਵਣਜਾਰੇ ਆਪਣੇ ਆਪਣੇ ਸਮੇਂ ਨਾਲ ਆ ਵੀ ਰਹੇ ਨੇ ਤੇ ਜਾ ਵੀ ਰਹੇ ਨੇ। ਇਹ ਮਤ ਸੋਚ ਕਿ ਹਜੇ ਜ਼ਿੰਦਗੀ ਬਹੁਤ ਹੈ, ਪਤਾ ਨਹੀਂ ਅਗਲੀ ਵਾਰੀ ਤੇਰੀ ਕਿਤੇ ਚੱਲਣ ਦੀ ਨਾ ਆ ਜਾਏ। ਜਾਗੋ ਜਾਗੋ ਸੁਤਿਓ, ਕਹਿਣ ਲੱਗੇ ਹੇ ਸੁੱਤੇ ਹੋਏ ਮਨ ਜਾਗ, ਕਿਉਂਕਿ ਵਪਾਰੀ ਤਨ ਨੇ ਨਹੀਂ ਬਣਨਾ ਨਾਮ ਦਾ। ਜੇ ਤਨ ਕਰਕੇ ਵੇਖਾਂਗੇ ਤੇ ਬੜੇ ਵਪਾਰੀ ਨੇ, ਕੋਈ ਕੱਪੜੇ ਦਾ ਵਪਾਰੀ ਹੈ, ਕੋਈ ਹੀਰੇ ਦਾ, ਕੋਈ ਸੋਨੇ ਦਾ ਵਪਾਰੀ, ਕੋਈ ਲੋਹੇ ਦਾ ਵਪਾਰੀ, ਕੋਈ ਚਾਂਦੀ ਦਾ, ਕੋਈ ਲੱਕੜ ਦਾ, ਕੋਈ ਕਿਸੇ ਦਾ ਵਪਾਰੀ ਹੈ। ਵੱਖਰੇ ਵੱਖਰੇ ਵਪਾਰੀ ਨੇ, ਪਰ ਸਾਹਿਬ ਕਹਿੰਦੇ ਮਨ ਇੱਕੋ ਹੀ ਚੀਜ਼ ਦਾ ਵਪਾਰੀ ਹੈ, ਉਹ ਹੈ ਨਾਮ ਦਾ। ਅਸੀਂ ਸਾਰੇ ਮਨ ਦੇ ਤਲ ਉਤੇ ਨਾਮ ਦੇ ਵਪਾਰੀ ਬਣ ਕੇ ਸਤਿਗੁਰੂ ਕੋਲ, ਇੱਥੇ ਕੋਈ ਬਾਹਰ ਦੇ ਵਪਾਰ ਨਹੀਂ ਕਰਨ ਆਏ। ਇਸ ਗੁਰੂ ਦੁਆਰੇ ਆਏ ਆ ਤੇ ਅਸੀਂ ਨਾਮ ਦੇ ਵਪਾਰੀ ਬਣ ਕੇ ਆਏ ਆ। ਤੇ ਜੇ ਮਨ ਸੁੱਤਾ ਆਇਆ ਸੁੱਤਾ ਚਲਾ ਗਿਆ, ਇਹ ਸੋਚ ਕੇ ਵੀ ਅਜੇ ਬੜੀ ਜ਼ਿੰਦਗੀ ਪਈ ਹੈ, ਬੜਾ ਹਜੇ ਟਾਈਮ, ਬੜਾ ਹਜੇ ਸਮਾਂ ਪਿਆ ਸਤ ਸੰਗ ਦੇ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਕਥਾ ਵਿਚਾਰ ਸੁਣਨ ਨੂੰ, ਬੜੀ ਜ਼ਿੰਦਗੀ ਪਈ ਹੋਈ ਹੈ। ਫਿਰ ਜਦੋਂ ਸਮਾਂ ਮਿਲੇਗਾ ਬੈਠ ਕੇ ਸਤ ਸੰਗ ਵਿੱਚ ਗੁਰਬਾਣੀ ਤੇ ਕਥਾ ਕੀਰਤਨ ਨਾਲ ਜੁੜ ਜਾਾਂਗੇ। ਪਰ ਕਹਿਣ ਲੱਗੇ ਧਿਆਨ ਰੱਖ, ਇੱਥੇ ਪਤਾ ਕੋਈ ਨਹੀਂ ਹੈ ਕਦੋਂ ਕਿਹਦੀ ਵਾਰੀ ਚੱਲਣ ਦੀ ਆ ਜਾਣੀ ਹੈ। ਇਸ ਲਈ ਜਾਗੋ ਜਾਗੋ ਸੁਤਿਓ ਚੱਲਿਆ ਵਣਜਾਰਾ, ਉਹ ਵਣਜਾਰਾ ਚਲਾ ਗਿਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਕਹਿੰਦੇ ਜਿਨ੍ਹਾਂ ਨੇ ਗੁਰ ਸ਼ਬਦ ਦੀ ਵਿਚਾਰ ਕੀਤੀ, ਉਹਨਾਂ ਨੇ ਸਤਿਗੁਰੂ ਜੀ ਨਾਲ ਆਪਣਾ ਪੰਨ ਬਣਾ ਕੇ ਹਰ ਵੇਲੇ ਸਤਿਗੁਰੂ ਜੀ ਨੂੰ ਸਿਮਰਿਆ। ਤੇ ਜਿਨ੍ਹਾਂ ਨੇ ਹਰ ਵੇਲੇ ਸਤਿਗੁਰੂ ਜੀ ਦੇ ਚਰਨਾਂ ਨਾਲ ਪਿਆਰ ਪਾ ਕੇ ਸਿਮਰਿਆ, ਉਹ ਸਤਿਗੁਰੂ ਜੀ ਦੀ ਹਰ ਗੱਲ ਮੰਨ ਲੈਂਦੇ ਨੇ, ਸਤਿਗੁਰੂ ਜੀ ਦੇ ਹਰ ਹੁਕਮ ਨੂੰ ਮੰਨਦੇ ਨੇ। ਉਹ ਤੇ ਹਰ ਹੁਕਮ ਨੂੰ ਮੰਨ ਕੇ ਆਪਣੇ ਹਿਰਦੇ ਵਿੱਚ ਨਾਮ ਨੂੰ ਧਾਰਨ ਕਰਦੇ ਨੇ। ਤੇ ਜਿਹੜੇ ਧਾਰਨ ਕਰਦੇ ਨੇ ਉਹ ਫਿਰ ਲੋਕ ਔਰ ਪਰਲੋਕ ਵਿੱਚ ਉਹਨਾਂ ਨੂੰ ਇੱਜ਼ਤ ਮਾਣ ਪਿਆਰ ਮਿਲਦਾ ਹੈ। ਉਹਨਾਂ ਨੂੰ ਮਾਲਕ ਦੇ ਘਰ ਵਿੱਚੋਂ ਵੀ ਤੇ ਸੰਸਾਰ ਵਿੱਚੋਂ ਵੀ ਮਾਣ ਸਨਮਾਨ ਮਿਲਦਾ ਹੈ, ਕਿਉਂਕਿ ਹਰ ਨਾਮ ਲੱਗੇ ਵਪਾਰ। ਉਹ ਹਰੀ ਨਾਮ ਨਾਲ ਜੁੜ ਕੇ ਨਾਮ ਦੇ ਵਪਾਰੀ ਜਿਹੜਾ ਬਣ ਜਾਂਦੇ ਹਨ। ਗੁਰਮੁਖ ਸ਼ਬਦ ਸੰਜਾਪਦੇ, ਤਿਤ ਸੱਚ ਦਰਬਾਰ। ਗੁਰੂ ਸਾਹਿਬ ਜੀ ਦੇ ਦੁਆਰਾ ਸ਼ਬਦ ਦੇ ਰਾਹੀਂ ਸਿੰਝਾਪਦੇ ਪਛਾਣੇ ਜਾਂਦੇ ਹਨ। ਕਿੱਥੇ? ਤਿਤ ਸੱਚ ਹੈ ਦਰਬਾਰ, ਸੱਚ ਦੇ ਦਰਬਾਰ ਵਿੱਚ। ਕਿਉਂਕਿ ਜਿਹੜਾ ਸੱਚ ਦਾ ਦਰਬਾਰ ਹੈ ਨਾ, ਇਹਦੇ ਵਿੱਚ ਖੋਟੇ ਔਰ ਖਰੇ ਦੀ ਪਛਾਣ ਕਰਕੇ ਵੱਖ-ਵੱਖ ਕਰ ਦਿੱਤਾ ਜਾਂਦਾ ਹੈ। ਇੱਥੇ ਖੋਟੇ ਔਰ ਖਰੇ ਦੀ ਪਛਾਣ ਕਰਕੇ ਵੱਖਰਾ ਕੀਤਾ ਜਾਂਦਾ ਹੈ। ਇੱਥੇ ਫਿਰ ਬਨਾਵਟੀ ਸਿੱਖ ਜਿਹੜਾ ਨਾ, ਬਨਾਵਟੀ, ਜਿਹਨੇ ਸਿਰਫ ਬਾਹਰੋਂ ਬਨਾਵਟ ਹੀ ਕੀਤੀ ਹੈ ਵੀ ਮੈਂ ਤੁਹਾਡਾ ਸਿੱਖ ਹਾਂ, ਉਹ ਕਦੇ ਪ੍ਰਵਾਨ ਨਹੀਂ ਜੇ ਹੁੰਦਾ। ਜਿਹਦੇ ਬਨਾਵਟੀ ਸਿੱਖ ਦਾ ਮਤਲਬ ਕੀ ਹੈ ਕਿ ਜਿਹੜਾ ਬਾਹਰੋਂ ਨਾਮ ਦਾ ਸਿੱਖ, ਪਹਿਰਾਵੇ ਦਾ ਸਿੱਖ ਹੈ, ਪਰ ਅੰਦਰ ਉਹਦੇ ਰਹਿਤ ਹੈ ਹੀ ਨਹੀਂ। ਤੇ ਜਿਹਦੇ ਅੰਦਰ ਰਹਿਤ ਨਹੀਂ ਹੈ, ਸਾਹਿਬ ਜੀ ਕਹਿੰਦੇ ਰਹਿਤ ਬਿਨਾ ਨਾ ਸਿੱਖ ਕਹਾਵੈ, ਉਹ ਤੇ ਸਿੱਖ ਵੀ ਕਹਾਉਣ ਦੇ ਯੋਗ ਨਹੀਂ ਹੈ। ਜਿਹਦੇ ਕੋਲ ਰਹਿਤ ਹੀ ਨਹੀਂ ਹੈ, ਉਹ ਸਿੱਖ ਕਹਾਉਣ ਦੇ ਯੋਗ ਵੀ ਨਹੀਂ ਹੈ। ਤੇ ਰਹਿਤ ਬਿਨਾ ਦਰ ਚੋਟਾਂ ਖਾਵੈ, ਉਹ ਤੇ ਦਰ ਦਰ ਤੇ ਭਟਕਦਾ ਤੇ ਦਰ ਦਰ ਤੇ ਠੋਕਰਾਂ ਖਾਂਦਾ। ਹੁਣ ਉਹ ਸੱਚੇ ਦੇ ਦਰਬਾਰ ਵਿੱਚ ਸਿੰਝਾਪਦੇ ਦਾ ਅਰਥ ਪਛਾਣੇ ਜਾਂਦੇ ਨੇ। ਕਈ ਰੀਸ ਕਰਕੇ ਆਏ, ਕਈ ਗੁਰਸਿੱਖਾਂ ਵਾਲਾ ਪਹਿਰਾਵਾ, ਉਹਨਾਂ ਵਰਗਾ ਜੀਵਨ ਬਾਹਰੋਂ ਬਣਾ ਕੇ ਆ ਗਏ। ਸਤਿਗੁਰੂ ਜੀ ਨੂੰ ਪਤਾ ਲੱਗ ਜਾਏ ਕਿ ਇਹ ਮੇਰਾ ਬੜਾ ਪਿਆਰਾ ਸਿੱਖ ਹੈ,
ਪਰ ਮਹਾਰਾਜ ਕਹਿੰਦੇ ਤੂੰ ਦੁਨੀਆ ਨੂੰ ਧੋਖਾ ਦੇ ਸਕਦਾ ਹੈ, ਮੈਨੂੰ ਨਹੀਂ ਦੇ ਸਕਦਾ। ਤੂੰ ਝੂਠੇ ਦੇ ਦਰਬਾਰ ਦੇ ਵਿੱਚ ਧੋਖਾ ਦੇ ਸਕਦਾ ਹੈ, ਸੱਚੇ ਦੇ ਦਰਬਾਰ ਵਿੱਚ ਤੂੰ ਧੋਖਾ ਨਹੀਂ ਦੇ ਸਕਦਾ। ਇਸ ਲਈ ਉਹ ਗੁਰੂ ਸਤਿਗੁਰੂ ਦੇ ਦੁਆਰਾ ਔਰ ਸ਼ਬਦ ਦੇ ਰਾਹੀਂ, ਕਿਉਂਕਿ ਗੁਰਮੁਖ ਨੂੰ ਖੱਖੇ ਨੂੰ ਵੀ ਸਿਹਾਰੀ ਹੈ ਤੇ ਸ਼ਬਦ ਦੇ ਦੱਦੇ ਨੂੰ ਵੀ ਸਿਹਾਰੀ ਹੈ। ਸ਼ਬਦ ਦੇ ਰਾਹੀਂ ਸਾਡੀ ਪਛਾਣ ਸਤਿਗੁਰੂ ਜੀ ਦੇ ਨਾਲ ਦਰਬਾਰ ਵਿੱਚ ਕਿਵੇਂ ਹੋਏਗੀ? ਸ਼ਬਦ ਦੇ ਰਾਹੀਂ ਹੋਏਗੀ। ਇੱਥੇ ਦੇਖੋ ਬਾਹਰ ਪਛਾਣ ਹੁੰਦੀ ਹੈ ਕਿ ਫਲਾਣਾ ਜਿਹੜਾ ਹੈ ਬੜਾ ਅਹੁਦੇਦਾਰ ਹੈ, ਕਿਸੇ ਦੇ ਅਹੁਦੇ ਕਰਕੇ ਉਹਦੀ ਪਛਾਣ ਹੁੰਦੀ ਹੈ। ਕਿਸੇ ਨੇ ਕੋਈ ਡਿਗਰੀ ਹਾਸਲ ਕੀਤੀ ਉਹਦੇ ਨਾਲ ਉਹਦੀ ਪਛਾਣ ਹੁੰਦੀ ਹੈ। ਕੋਈ ਬਹੁਤ ਜ਼ਿਆਦਾ ਧਨਾੜ ਹੈ, ਅਰਬਾਂ ਖਰਬਾਂ ਪਤੀ ਹੈ, ਲੱਖਾਂ ਪਤੀ ਹੈ, ਉਹਦੀ ਪਛਾਣ ਉਸ ਕਰਕੇ ਹੈ। ਕੋਈ ਜਿਹੜਾ ਹੈ ਉਹ ਕੋਈ ਮੰਤਰੀ ਹੈ, ਕੋਈ ਸੰਤਰੀ ਹੈ, ਕੋਈ ਕੁਛ ਵੀ ਹੈ, ਉਹਦੀ ਪਛਾਣ ਉਹਦੇ ਕਰਕੇ ਹੈ। ਪਰ ਜਦੋਂ ਅਸੀਂ ਸਤਿਗੁਰੂ ਦੇ ਦਰ ਆਵਾਂਗੇ ਇੱਥੇ ਕਿਹੜੀ ਪਛਾਣ ਹੋਏਗੀ? ਬਾਹਰ ਤੇ ਅਸੀਂ ਪਛਾਣ ਪੱਤਰ ਆਪਣਾ ਬਣਾ ਲਿਆ ਨਾ, ਅਸੀਂ ਬਾਹਰੋਂ ਆਧਾਰ ਕਾਰਡ ਵੀ ਬਣਾ ਲਿਆ, ਹੋਰ ਬੜੇ ਪਛਾਣ ਪੱਤਰ ਬਣਾ ਲਏ। ਜਦੋਂ ਵੀ ਕਿਤੇ ਜਾਂਦੇ ਹਾਂ ਅਸੀਂ ਆਪਣਾ ਪਛਾਣ ਪੱਤਰ ਦਿਖਾ ਦਿੰਦੇ ਹਾਂ, ਜਿਹਦੇ ਨਾਲ ਪਛਾਣੇ ਜਾਈਏ ਵੀ ਅਸੀਂ ਕੌਣ ਹਾਂ। ਪਰ ਜਦੋਂ ਤੁਸੀਂ ਸੱਚ ਦੇ ਦਰਬਾਰ ਦੇ ਵਿੱਚ ਆਉਣਾ, ਇੱਥੇ ਤੁਹਾਡਾ ਇਹ ਪਛਾਣ ਪੱਤਰ ਨਹੀਂ ਚੱਲਣਾ ਕਿ ਮੈਂ ਮੰਤਰੀ ਹਾਂ। ਇੱਥੇ ਤੁਹਾਡਾ ਇਹ ਪਛਾਣ ਪੱਤਰ ਨਹੀਂ ਚੱਲਣਾ ਕਿ ਮੈਂ ਕਰੋੜਪਤੀ ਹਾਂ। ਇੱਥੇ ਤੁਹਾਡਾ ਇਹ ਪਛਾਣ ਪੱਤਰ ਨਹੀਂ ਚੱਲਣਾ ਕਿ ਮੈਂ ਇਸ ਅਹੁਦੇ ਦਾ ਮਾਲਕ ਹਾਂ। ਇੱਥੇ ਪਛਾਣ ਪੱਤਰ ਤੁਹਾਡਾ ਚੱਲਣਾ ਹੈ ਕਿ ਤੂੰ ਨਿਤਨੇਮੀ ਕਿੰਨਾ ਕੁ ਹੈ, ਤੂੰ ਸ਼ਬਦ ਦਾ ਅਭਿਆਸੀ ਕਿੰਨਾ ਕੁ ਹੈ, ਤੇਰੇ ਵਿੱਚ ਰਹਿਤ ਕਿੰਨੀ ਕੁ ਹੈ, ਤੂੰ ਕਰਨੀ ਔਰ ਕਥਨੀ ਦੇ ਵਿੱਚ ਕਿੰਨਾ ਕੁ ਪੂਰਾ ਹੈ। ਇੱਥੇ ਆ ਪਛਾਣ ਪੱਤਰ ਚੱਲਣਾ ਹੈ। ਅਸੀਂ ਜਦੋਂ ਆਏ ਤੇ ਸਤਿਗੁਰੂ ਜੀ ਨੇ ਕਹਿਣਾ ਪਛਾਣ ਪੱਤਰ ਦਿਖਾ, ਨਿਤਨੇਮ ਕੀਤਾ ਕਿ ਨਹੀਂ? ਅੰਮ੍ਰਿਤ ਵੇਲੇ ਨੂੰ ਉੱਠ ਕੇ ਤੂੰ ਨਾਮ ਦੀ ਕਮਾਈ ਕੀਤੀ ਹੈ ਕਿ ਨਹੀਂ? ਤੇ ਜੇ ਨਹੀਂ ਕੀਤੀ ਹੋਏਗੀ ਫਿਰ ਕਿਹੜਾ ਪਛਾਣ ਪੱਤਰ ਦਿਖਾਵਾਂਗੇ? ਫਿਰ ਸਾਡਾ ਪਛਾਣ ਪੱਤਰ ਹੈ ਹੀ ਕੋਈ ਨਹੀਂ। ਅਸੀਂ ਕਿਹੜੀ ਲਾਈਨ ਵਿੱਚ ਆ ਕੇ ਆਪਣੀ ਪਛਾਣ ਜਿਹੜੀ ਹੈ ਉਹ ਕਰਾਵਾਂਗੇ? ਕਿਉਂਕਿ ਸਾਹਿਬ ਕਹਿੰਦੇ ਮੈਂ ਰਹਿਤ ਤੋਂ ਬਿਨਾਂ ਵਾਲੇ ਨੂੰ ਤਾਂ ਸਿੱਖ ਵੀ ਨਹੀਂ ਮੰਨਦਾ। ਤੇ ਗੁਰੂ ਰਾਮਦਾਸ ਜੀ ਨੇ ਸਾਨੂੰ ਇਹ ਪਛਾਣ ਪੱਤਰ ਜਿਹੜਾ ਸੀ ਦੇਣ ਵਾਸਤੇ ਸਾਨੂੰ ਇੱਕ ਰੂਲ ਬਣਾ ਕੇ ਦੇ ਦਿੱਤਾ ਕਿ ਗੁਰੂ ਕੇ ਸਿੱਖਾ, ਅੱਗੇ ਜਾ ਕੇ ਜਦੋਂ ਖਾਲਸੇ ਦੇ ਰੂਪ ਵਿੱਚ ਤੇਰੀ ਤਿਆਰੀ ਹੋਣੀ ਹੈ ਨਾ, ਤੇ ਤੇਰੇ ਕੋਲ ਇੱਕ ਪਛਾਣ ਪੱਤਰ ਹੋਣਾ ਚਾਹੀਦਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੈ ਉੱਠ ਹਰ ਨਾਮ ਧਿਆਵੈ। ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੈ। ਇਹ ਪਛਾਣ ਤੇਰੇ ਕੋਲ ਹੋਏਗਾ ਤੇ ਫਿਰ ਤੂੰ ਖਾਲਸੇ ਦੀ ਫੌਜ ਵਿੱਚ ਭਰਤੀ ਹੋ ਜਾਏਗਾ। ਤੂੰ ਅਕਾਲ ਪੁਰਖ ਦੀ ਫੌਜ ਵਿੱਚ ਤੇਰੀ ਐਂਟਰੀ ਜਿਹੜੀ ਹੈ ਉਹ ਹੋ ਜਾਏਗੀ, ਤੇਰਾ ਦਾਖਲਾ ਉਹਦੇ ਵਿੱਚ ਹੋ ਜਾਏਗਾ। ਤੇ ਜੇ ਤੇਰੇ ਕੋਲ ਇਹ ਪਛਾਣ ਹੀ ਨਹੀਂ, ਤੂੰ ਕਹੇ ਵੀ ਮੈਂ ਮੰਤਰੀ ਹਾਂ, ਤੂੰ ਕਹੇ ਮੈਂ ਬਾਦਸ਼ਾਹ ਹਾਂ, ਤੂੰ ਕਹੇ ਮੈਂ ਰਾਜਾ ਹਾਂ, ਤੇ ਫਿਰ ਗੁਰੂ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਰਾਜੇ ਰਈਅਤ ਸਿੱਖਦਾਰ ਕੋਏ ਨਾ ਰਸੀਓ। ਤੂੰ ਕਿਹੜਾ ਰਾਜਾ ਹੈ? ਅਸੀਂ ਇੱਥੇ ਬਾਹਰ ਦਾ ਅਹੁਦਾ ਕਹੀਏ ਮੈਂ ਕਰੋੜਪਤੀ ਹਾਂ, ਇਹ ਪਛਾਣ ਸਤਿਗੁਰੂ ਜੀ ਨੂੰ ਕਹੀਏ ਮਹਾਰਾਜ ਮੈਂ ਮੇਰੇ ਕੋਲ ਨਿਤਨੇਮ ਨਹੀਂ, ਅੰਮ੍ਰਿਤ ਵੇਲਾ ਮੇਰੇ ਕੋਲ ਨਹੀਂ, ਸਤ ਸੰਗਤ ਨਹੀਂ, ਸੇਵਾ ਨਹੀਂ, ਸਿਮਰਨ ਨਹੀਂ, ਹਾਂ ਮੇਰੇ ਕੋਲ ਕਰੋੜਪਤੀ ਵਾਲੀ ਪਛਾਣ ਹੈ। ਤੇ ਫਿਰ ਆਵਾਜ਼ ਆਏਗੀ ਨਾਂਗੇ ਪਾਮੋ ਤੇ ਗਏ ਜਿਨ ਕੈ ਲੱਖ ਕਰੋੜਾ। ਜਿਨ੍ਹਾਂ ਕੋਲ ਕਰੋੜਾਂ ਨੇ ਉਹ ਵੇ ਨੰਗੇ ਪੈਰੀ ਚੱਲ ਗਏ, ਤੂੰ ਕਾਹਦਾ ਕਰੋੜਪਤੀ ਹੈ? ਇੱਥੇ ਸਿਰਫ ਇੱਕੋ ਹੀ ਪਛਾਣ ਸਾਡੀ ਜਿਹੜੀ ਹੈ ਉਹ ਹੋਣੀ ਹੈ ਗੁਰਬਾਣੀ ਦੇ ਸ਼ਬਦ ਰਾਹੀਂ, ਉਹ ਹੋਣੀ ਹੈ ਨਾਮ ਨਿਤਨੇਮ ਦੇ ਰਾਹੀਂ, ਸ਼ਬਦ ਦੇ ਰਾਹੀਂ ਹੋਣੀ ਹੈ। ਹੋਰ ਕੋਈ ਇੱਥੇ ਆਧਾਰ ਕਾਰਡ ਸਾਡਾ ਇੱਥੇ ਪਛਾਣ ਪੱਤਰ ਨਹੀਂ। ਸਤਿਗੁਰੂ ਦੇ ਸੱਚੇ ਦਰਬਾਰ ਦੇ ਵਿੱਚ ਚੱਲਣਾ, ਇੱਥੇ ਚੱਲਣਾ ਹੈ ਤੇ ਸਾਡੀ ਰਹਿਤ ਵਾਲਾ ਚੱਲਣਾ ਹੈ। ਇਸ ਲਈ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਜਿਹੜੇ ਹਰ ਨਾਮ ਲੱਗੇ ਵਪਾਰ, ਜਿਹੜੇ ਹਰੀ ਨਾਮ ਵਿੱਚ ਲੱਗ ਕੇ ਵਪਾਰੀ ਬਣ ਗਏ, ਗੁਰਮੁਖ ਸ਼ਬਦ ਸਿਝਾਂਪਦੇ, ਉਹ ਗੁਰੂ ਦੇ ਰਾਹੀਂ, ਉਹ ਸ਼ਬਦ ਦੇ ਦੁਆਰਾ ਫਿਰ ਸਿੰਝਾਪਦੇ, ਪਛਾਣੇ ਜਾਂਦੇ ਨੇ। ਕਿੱਥੇ? ਤਿਤ ਸੱਚ ਹੈ ਦਰਬਾਰ, ਦਰਬਾਰ ਦੇ ਰਾਰੇ ਨੂੰ ਸਿਹਾਰੀ ਦਰਬਾਰ ਵਿੱਚ, ਜਿੱਥੇ ਹਰ ਵੇਲੇ ਸੱਚ ਦੀ ਗੱਲ ਹੁੰਦੀ ਹੈ, ਜਿੱਥੇ ਸੱਚ ਪਰਮੇਸ਼ਵਰ ਆਪ ਵਰਤਦਾ ਹੈ।
ਕਹਿੰਦੇ ਉਹਦੇ ਦਰਬਾਰ ਦੇ ਵਿੱਚ ਖੋਟੇ ਨਹੀਂ ਚੱਲਦੇ, ਉਹਦੇ ਦਰਬਾਰ ਦੇ ਵਿੱਚ ਧੋਖੇਬਾਜ਼ ਨਹੀਂ ਚੱਲਦੇ, ਬਨਾਵਟੀ ਨਹੀਂ ਚੱਲਦੇ, ਡੁਪਲੀਕੇਟ ਨਹੀਂ ਚੱਲਦੇ। ਉੱਥੇ ਤਾਂ ਜਿਹੜੇ ਰਹਿਣੀ ਬਹਿਣੀ ਵਾਲੇ ਹੋਣਗੇ, ਜਿਹੜੇ ਰਹਿਤਵਾਨ ਹੋਣਗੇ, ਉਹ ਉਹਦੇ ਦਰ ਤੇ ਪਛਾਣੇ ਜਾਂਦੇ ਨੇ ਕਿ ਇਹ ਰੀਸ ਨਹੀਂ ਕਰ ਰਿਹਾ, ਇਹ ਕੋਈ ਝੂਠ ਜਾਂ ਗੱਪ ਨਹੀਂ ਮੇ ਜਿਹੜਾ ਇਹ ਮਾਰ ਰਿਹਾ, ਇਸ ਵਾਕਈ ਨਾਮ ਦੀ ਕਮਾਈ ਵਾਲਾ ਹੈ। ਉਹ ਫਿਰ ਗੁਰੂ ਸਾਹਿਬ ਜੀ ਦੇ ਦੁਆਰਾ ਸ਼ਬਦ ਦੇ ਰਾਹੀਂ ਸੱਚ ਦੇ ਦਰਬਾਰ ਵਿੱਚ ਪਛਾਣੇ ਜਾਂਦੇ ਹਨ। ਸੱਚਾ ਸੌਦਾ ਖਰਚ ਸੱਚ, ਅੰਤਰ ਪਿਰਮ ਪਿਆਰ। ਉਹਨਾਂ ਦੇ ਕੋਲ ਸੱਚੇ ਨਾਮ ਦਾ ਸੌਦਾ, ਸੱਚਾ ਸੌਦਾ ਹੁੰਦਾ ਉਹਨਾਂ ਦੇ ਕੋਲ। ਅਸੀਂ ਨਾ ਦੁਨੀਆ ਨੂੰ ਧੋਖਾ ਦਿੰਨੇ ਆ, ਮੈਨੂੰ ਮਾਫ ਕਰਿਆ ਜੇ। ਬਾਹਰੋਂ ਲਿਖਿਆ ਹੁੰਦਾ ਹੈ ਸੱਚਾ ਸੌਦਾ, ਪਰ ਅੰਦਰ ਹੁੰਦਾ ਨਹੀਂ। ਬਾਹਰ ਲਿਖਿਆ ਹੁੰਦਾ ਹੈ ਵੈਸ਼ਨੋ, ਪਰ ਅੰਦਰ ਹੁੰਦਾ ਨਹੀਂ। ਲਿਖਿਆ ਕੁਝ ਹੋਰ ਹੁੰਦਾ ਹੈ, ਪਰ ਅੰਦਰ ਚੱਲ ਕੁਝ ਹੋਰ ਰਿਹਾ ਹੁੰਦਾ ਹੈ। ਹੁਣ ਅਸੀਂ ਦੁਨੀਆ ਨੂੰ ਤਾਂ ਧੋਖਾ ਦੇਤਾ, ਪਰ ਉਸ ਸਤਿਗੁਰੂ ਨੂੰ ਕਿਵੇਂ ਧੋਖਾ ਦੇਵਾਂਗੇ? ਸਤਿਗੁਰੂ ਜੀ ਨੇ ਤੇ ਸਾਡੇ ਅੰਦਰ ਦਾ ਚਿੱਠਾ ਜਿਹੜਾ ਉਹ ਲਿਆ ਕੇ ਸਾਡੇ ਸਾਹਮਣੇ ਰੱਖ ਦੇਣਾ ਕਿ ਤੂੰ ਕਿਹਨੂੰ ਧੋਖਾ ਦਿੰਨਾ ਹੈ। ਬਾਹਰੋਂ ਸੱਚਾ ਹੈ, ਅੰਦਰੋਂ ਝੂਠਾ ਹੈ। ਤੂੰ ਬਾਹਰੋਂ ਨਿਰਮਲ ਹੈ, ਅੰਦਰੋਂ ਮੈਲਾ ਹੈ। ਬਾਹਰੋਂ ਤੂੰ ਭਲਾ ਮਾਨਸ ਹੈ, ਅੰਦਰ ਤੇਰੇ ਸ਼ੈਤਾਨ ਬੈਠਾ ਹੋਇਆ ਹੈ। ਬਾਹਰੋਂ ਤੂੰ ਸੱਜਣ ਹੈ, ਅੰਦਰ ਤੇਰੇ ਠੱਗ ਬੈਠਾ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਜਿਹੜੇ ਉਹਦੇ ਦਰ ਤੇ ਸਿਝਾਪਦੇ ਨੇ, ਜਾਣੇ ਜਾਂਦੇ, ਪਛਾਣੇ ਜਾਂਦੇ ਨੇ, ਕਿਉਂਕਿ ਉਹਨਾਂ ਦੇ ਕੋਲ ਸੱਚਾ ਸੌਦਾ ਹੁੰਦਾ ਹੈ, ਉਹਨਾਂ ਕੋਲ ਝੂਠਾ ਸੌਦਾ ਨਹੀਂ ਹੁੰਦਾ। ਔਰ ਜਿਨ੍ਹਾਂ ਕੋਲ ਸੱਚਾ ਸੌਦਾ ਹੋਏਗਾ ਫਿਰ ਉਹ ਖਰਚਣਗੇ ਵੀ ਉਹੀ। ਹੁਣ ਸੁਭਾਵਕ ਹੈ, ਜਿਹੜਾ ਸੌਦਾ ਸਾਡੇ ਕੋਲ ਹੋਏਗਾ ਅਸੀਂ ਖਰਚਾਂਗੇ ਵੀ ਉਹੀ। ਤੇ ਜਿਨ੍ਹਾਂ ਕੋਲ ਸੱਚਾ ਸੌਦਾ ਹੁੰਦਾ, ਖਰਚ ਸੱਚ, ਉਹ ਫਿਰ ਸੱਚ ਦੇ ਆਧਾਰ ਤੇ ਹੀ ਉਹਨੂੰ ਖਰਚਦੇ ਨੇ। ਤੇ ਜਿਹੜੇ ਸੱਚ ਦਾ ਸੌਦਾ ਇਕੱਠਾ ਕਰਕੇ ਸੱਚ ਨੂੰ ਹੀ ਖਰਚਦੇ ਨੇ, ਮਾਫ ਕਰਨਾ, ਕਦੇ ਉਹਨਾਂ ਦੀ ਜ਼ਿੰਦਗੀ ਵਿੱਚ ਤੋਟ ਨਹੀਂ ਆਉਂਦੀ। ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਕਿਹਨਾਂ ਦੀ ਜ਼ਿੰਦਗੀ ਵਿੱਚ ਇਹ ਪੰਕਤੀ ਢੁਕਦੀ ਹੈ? ਸੱਚਾ ਸੌਦਾ ਖਰਚ ਸੱਚ। ਜਿਹੜੇ ਸੱਚਾ ਸੌਦਾ ਇਕੱਠਾ ਕਰਕੇ ਸੱਚ ਦੇ ਮਾਰਗ ਤੇ ਚੱਲ ਕੇ ਉਹਨੂੰ ਖਰਚਦੇ ਨੇ। ਅੰਤਰ ਪਿਰਮ ਪਿਆਰ, ਕਿਉਂਕਿ ਉਹਨਾਂ ਦੇ ਅੰਦਰ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਹੁੰਦਾ ਹੈ। ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੇ ਹਿਰਦੇ ਵਿੱਚ ਪਿਆਰੇ ਪ੍ਰਭੂ ਦਾ ਪਿਆਰ ਵਸਿਆ ਹੁੰਦਾ ਹੈ। ਉਹ ਨਾ ਝੂਠਾ ਸੌਦਾ ਇਕੱਠਾ ਕਰਦੇ ਨੇ ਤੇ ਨਾ ਉਹ ਝੂਠਾ ਖਰਚ ਕਰਦੇ ਨੇ, ਭਾਵ ਉਹ ਝੂਠ ਦੇ ਰਾਹ ਤੇ ਤੁਰਦੇ ਹੀ ਨਹੀਂ, ਉਹ ਤਾਂ ਸੱਚੇ ਮਾਰਗ ਚੱਲਦੇ ਆ। ਉਸਤਤ ਕਰੇ ਜਹਾਨ, ਤੇ ਜਦੋਂ ਕੋਈ ਇਹਨਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰੇ, ਕੋਈ ਲਾਲਚ ਦੇਣ ਦੀ ਕੋਸ਼ਿਸ਼ ਕਰੇ, ਉਹ ਕਹਿੰਦੇ ਕੁਰਬਾਨ ਤਾਂ ਹੋ ਜਾਾਂਗੇ, ਅਸੀਂ ਸੱਚ ਦਾ ਵਪਾਰ ਨਹੀਂ ਛੱਡਣਾ। ਅਸੀਂ ਜਿਹੜਾ ਸੱਚ ਦਾ ਧਨ ਖਰਚਦੇ ਆ ਇਹ ਨਹੀਂ ਅਸੀਂ ਛੱਡਣਾ, ਇਸ ਲਈ ਕੁਰਬਾਨ ਤਾਂ ਹੋ ਜਾਵਾਂਗੇ। ਜਿੰਨੇ ਵੀ ਕੁਰਬਾਨੀਆਂ ਹੋਈਆਂ, ਸ਼ਹੀਦੀਆਂ ਹੋਈਆਂ, ਉਹਨਾਂ ਵਾਸਤੇ ਇੱਕ ਰਾਹ ਖੋਲਿਆ ਗਿਆ ਸੀ ਕਿ ਤੁਸੀਂ ਇਸ ਰਾਹ ਤੁਰੋ, ਇਹ ਛੱਡ ਦਿਓ ਸੱਚ ਦਾ ਸੌਦਾ, ਇਹ ਸੱਚ ਬੋਲਣਾ ਛੱਡ ਦਿਓ, ਇਸ ਰਸਤੇ ਤੇ ਤੁਰੋ, ਬੜਾ ਕੁਝ ਤੁਹਾਨੂੰ ਮਿਲੇਗਾ। ਉਹਨਾਂ ਆਖਿਆ ਨਹੀਂ, ਅਸੀਂ ਸੱਚ ਦਾ ਸੌਦਾ ਇਕੱਠਾ ਕੀਤਾ, ਸੱਚ ਹੀ ਖਰਚਣਾ, ਸੱਚ ਦੇ ਮਾਰਗ ਤੇ ਚੱਲਣਾ। ਕਿਉਂ? ਕਿਉਂਕਿ ਸਾਡਾ ਦੁਨੀਆ ਦੇ ਨਾਲ ਨਹੀਂ, ਅੰਤਰ ਪਿਰਮ ਪਿਆਰ, ਸਾਡੇ ਅੰਦਰ ਜਿਹੜਾ ਪ੍ਰਭੂ ਪ੍ਰਤੀ ਪਿਆਰ ਹੈ ਉਹ ਪ੍ਰਭੂ ਪ੍ਰਤੀ ਹੈ, ਪਰਮੇਸ਼ਵਰ ਦੇ ਪ੍ਰਤੀ। ਜਿਨ੍ਹਾਂ ਨੇ ਪਰਮੇਸ਼ਵਰ ਦੇ ਚਰਨਾਂ ਦਾ ਪਿਆਰ ਆਪਣੇ ਅੰਦਰ ਬਣਾ ਲਿਆ, ਉਹ ਸੱਚ ਦਾ ਸੌਦਾ ਇਕੱਠਾ ਕਰਕੇ ਸੱਚ ਦੇ ਮਾਰਗ ਤੇ ਚੱਲਦਿਆਂ ਉਹਨੂੰ ਖਰਚਦੇ ਹਨ। ਜਮ ਕਾਲ ਨੇੜ ਨਾ ਆਵਈ, ਆਪ ਬਖਸ਼ੇ ਕਰਤਾਰ। ਜਿਨ੍ਹਾਂ ਨੇ ਇਹ ਗੁਰੂ ਸਾਹਿਬ ਜੀ ਦਾ ਭਾਣਾ ਮੰਨ ਕੇ, ਸਤਿਗੁਰ ਕਾ ਭਾਣਾ ਮੰਨ ਲੈਣ, ਸਤਿਗੁਰੂ ਜੀ ਦਾ ਹੁਕਮ ਮੰਨ ਕੇ, ਸਤਿਗੁਰੂ ਜੀ ਦੀ ਰਜ਼ਾ ਦੇ ਵਿੱਚ ਰਾਜ਼ੀ ਹੋ ਕੇ, ਹਰ ਨਾਮ ਰੱਖੈ ਉਰ ਧਾਰ, ਆਪਣੇ ਹਿਰਦੇ ਵਿੱਚ ਨਾਮ ਨੂੰ ਧਾਰਨ ਕਰਕੇ ਹਰ ਵੇਲੇ ਰੱਖਦੇ ਨੇ। ਕਹਿੰਦੇ ਉਹਨਾਂ ਨੂੰ ਫਿਰ ਕੀ ਮੁਨਾਫਾ ਹੁੰਦਾ ਹੈ, ਕੀ ਲਾਭ ਹੁੰਦਾ ਹੈ? ਜਮ ਕਾਲ ਨੇੜ ਨਾ ਆਵਈ। ਕਾਲ ਕਹਿੰਦੇ ਸਮਾਂ,
ਉਹ ਜੰਮ ਵਾਲਾ ਸਮਾਂ ਉਹਨਾਂ ਦੇ ਨੇੜੇ ਨਹੀਂ ਆਉਂਦਾ। ਜੰਮ ਕਹਿੰਦੇ ਦੁੱਖ ਨੂੰ, ਆਤਮਿਕ ਮੌਤ ਨੂੰ। ਜਿੱਥੇ ਆਤਮਿਕ ਮੌਤ ਹੁੰਦੀ ਹੈ, ਧਿਆਨ ਰੱਖਿਓ, ਸਰੀਰ ਦੀ ਮੌਤ ਤਾਂ ਅਟੱਲ ਹੈ। ਅੱਜ ਤੱਕ ਇਹਦੇ ਕੋਲੋਂ ਕੋਈ ਟੱਲਿਆ ਹੀ ਨਹੀਂ ਹੈ। ਤੇ ਭਾਵੇਂ ਕੋਈ ਚੰਗਾ ਭਾਵੇਂ ਮਾੜਾ ਹੈ, ਇਹ ਸਰੀਰ ਦਾ ਸਾਥ ਤਾਂ ਇੱਕ ਦਿਨ ਛੁੱਟਣਾ ਹੀ ਛੁੱਟਣਾ ਹੈ। ਭਾਵੇਂ ਕੋਈ ਸਵਾਸਾਂ ਨੂੰ ਰੋਕ ਕੇ ਜਿੰਨਾ ਮਰਜ਼ੀ ਜ਼ਿੰਦਗੀ ਦਾ ਸਮਾਂ ਵਧਾ ਲਏ, ਪਰ ਸੱਚ ਤਾਂ ਇਹ ਹੈ ਕਿ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ। ਇਹ ਸਰੀਰ ਦੀ ਮੌਤ ਤਾਂ ਇੱਕ ਦਿਨ ਨਿਸ਼ਚਿਤ ਹੈ ਵੀ ਹੋਣੀ ਹੀ ਹੋਣੀ ਹੈ। ਇਹ ਜਿਹੜਾ ਉਪਜਿਆ ਇਹਨੇ ਇੱਕ ਨਾ ਇੱਕ ਦਿਨ ਬਿਨਸਣਾ ਹੀ ਬਿਨਸਣਾ ਹੈ। ਕਦੋਂ ਬਿਨਸਣਾ ਕੋਈ ਪਤਾ ਨਹੀਂ ਹੈ। ਸਭ ਕਹਿੰਦੇ ਜਿਹੜੀ ਸਾਡੀ ਆਤਮਿਕ ਮੌਤ ਨਿਤ ਹੁੰਦੀ ਹੈ, ਅਸੀਂ ਆਪਣੀ ਆਤਮਿਕ ਮੌਤੇ ਨਿਤ ਮਰਦੇ ਹਾਂ। ਨਿਤ ਅਸੀਂ ਵਿਕਾਰਾਂ ਦੇ ਹੱਥੋਂ, ਬੁਰਾਈਆਂ ਦੇ ਹੱਥੋਂ ਆਪਣੀ ਆਤਮਾ ਦਾ ਕਤਲ ਆਪ ਕਰਦੇ ਹਾਂ। ਆਤਮਘਾਤੀ ਅਸੀਂ ਬਣਦੇ ਹਾਂ। ਆਤਮਘਾਤੀ ਦਾ ਮਤਲਬ ਆਪਣੀ ਆਤਮਾ, ਆਪਣੀ ਜ਼ਮੀਰ ਦੀ ਹੱਤਿਆ ਆਪ ਕਰਨੀ। ਅੱਜ ਸਮਾਜ ਦੇ ਵਿੱਚ ਨਾ, ਚਲੋ ਇੱਕ ਵਾਇਰਸ ਐਸਾ ਚੱਲਿਆ ਸੀ ਕਿ ਅੱਜ ਉਹ ਮਾਹੌਲ ਵੇਖਣ ਨੂੰ ਨਹੀਂ ਮਿਲਦਾ। ਜੇ ਨਾ ਹੁੰਦਾ ਤੇ ਰੰਗ ਬਹੁਤ ਵੇਖਣ ਨੂੰ ਮਿਲਣੇ ਸੀ। ਅੱਜ ਇੱਕ ਦਿਨ ਦਾ ਨਾਮ ਦਿੱਤਾ ਗਿਆ ਦੁਸ਼ਹਿਰਾ, ਜਿਹਦੇ ਵਿੱਚ ਅਸੀਂ ਬੜੇ ਚਾਵਾਂ ਦੇ ਨਾਲ ਰਾਵਣ ਦੇ ਪੁਤਲੇ ਨੂੰ ਸਾੜਦੇ ਹਾਂ। ਬਸ ਪੁਤਲਾ ਹੀ ਸਾੜ ਸਕਦੇ ਹਾਂ, ਕਿਉਂਕਿ ਅਸੀਂ ਇੱਥੇ ਤੱਕ ਹੀ ਸੀਮਤ ਰਹਿ ਗਏ ਹਾਂ ਵੀ ਉਹਨੂੰ ਸਾੜ ਕੇ ਖੁਸ਼ੀਆਂ ਮਨਾਓ, ਜਲੇਬੀਆਂ ਖਾਓ, ਝੂਟੇ ਲਾਓ, ਬਸ ਨੱਚਦੇ ਟੱਪਦੇ ਆਪਣੇ ਘਰ ਆ ਜਾਓ ਵੀ ਅਸੀਂ ਰਾਵਣ ਸਾੜ ਆਏ ਹਾਂ। ਪਰ ਗੱਲ ਇਸ ਤਰ੍ਹਾਂ ਨਹੀਂ ਬਣਨੀ। ਗੱਲ ਬਣਨੀ ਹੈ ਵੀ ਆਪਣੇ ਅੰਦਰ ਦੇ ਰਾਵਣ ਨੂੰ ਸਾੜੋ, ਜਿਹੜਾ ਸਾਡੇ ਅੰਦਰ ਬੈਠਾ ਹੈ। ਜਿਹਨੂੰ ਅਸੀਂ ਸਾੜਦੇ ਹਾਂ ਉਹ ਤੇ ਉਹਦੇ ਵਿੱਚ ਤਾਂ ਫਿਰ ਵੀ ਕਿਤੇ ਨਾ ਕਿਤੇ ਕੋਈ ਚੰਗਾ ਲੱਛਣ ਨਜ਼ਰ ਆ ਹੀ ਜਾਂਦਾ ਹੈ। ਗੁਰਬਾਣੀ ਵਿੱਚ ਵੀ ਦੋ ਪ੍ਰਕਾਰ ਦੇ ਨਾਲ ਬਚਨ ਆਏ ਨੇ। ਕਹਿੰਦੇ ਰੋਵੈ ਦਹਿਸਿਰ ਲੰਕ ਗਵਾਏ। ਦਹਿਸਿਰ ਦਾ ਅਰਥ ਕੀ ਹੁੰਦਾ ਹੈ? 10 ਸਿਰਾਂ ਵਾਲਾ। ਜਾਂ ਫਿਰ ਬਾਣੀ ਵਿੱਚ ਦੁਸ਼ਹਿਰਾ ਸ਼ਬਦ ਆਇਆ। ਕਹਿਣ ਲੱਗੇ ਉਹ ਦੁਸ਼ਹਿਰਾ ਦਾ ਮਤਲਬ ਕੀ ਹੈ? ਆਮ ਤੌਰ ਤੇ ਆਪਾਂ ਜਿਹੜੇ ਸਮਝਦੇ ਹਾਂ ਕਿ ਇੱਕ ਜਦੋਂ ਕੋਈ ਸਰੀਰਕ ਚੋਲਾ ਤਿਆਗ ਜਾਏ ਨਾ, ਉਹਦੇ ਸਰੀਰਕ ਚੋਲੇ ਦੇ ਤਿਆਗਣ ਤੋਂ ਬਾਅਦ ਜਿਹੜਾ 10ਵਾਂ ਦਿਨ ਹੁੰਦਾ ਹੈ, ਆਮ ਤੌਰ ਤੇ ਉਦੋਂ ਸਾਰੇ ਜਾਣੇ ਜਿਹੜੇ ਆ ਉਹ ਜੁੜ ਕੇ ਉਹਦੇ ਨਾਮ ਦੀ ਅਰਦਾਸ ਕਰਦੇ ਨੇ। ਉਹਨੂੰ ਵੀ ਦੁਸ਼ਹਿਰਾ ਕਿਹਾ ਜਾਂਦਾ ਹੈ। ਔਰ ਦੁਸ਼ਹਿਰਾ ਦਾ ਅਰਥ ਮਤਲਬ ਕਿ 10 ਸਿਰਾਂ ਜਿੰਨੀ ਪਾਵਰ ਰੱਖਣ ਵਾਲਾ ਜਾਂ 10 ਸਿਰਾਂ ਵਾਲਾ। ਜਾਂ ਫਿਰ ਸੰਸਕ੍ਰਿਤ ਦੇ ਵਿੱਚ ਇਹਨੂੰ ਦੁਸ਼ਹਿਰੇ ਦਾ ਮਤਲਬ ਹੈ 10 ਪਾਪ, 10 ਬੁਰਾਈਆਂ ਸੜ ਜਾਣੀਆਂ। ਭਾਵਕ ਨਿੰਦਾ, ਚੁਗਲੀ, ਕਿਸੇ ਦਾ ਬੁਰਾ ਕਰਨਾ, ਕਿਸੇ ਨੂੰ ਦੁੱਖ ਦੇਣਾ, ਇਹ ਜਿਹੜੇ ਪਾਪ ਮੰਨੇ ਗਏ ਨੇ, ਇਹਨਾਂ ਪਾਪਾਂ ਨੂੰ ਸਾੜ ਦੇਣਾ, ਖਤਮ ਕਰ ਦੇਣੇ ਨੂੰ ਵੀ ਦੁਸ਼ਹਿਰਾ ਕਹਿੰਦੇ ਆ। ਪਰ ਗੁਰਬਾਣੀ ਵਿੱਚ ਸਾਹਿਬ ਜੀ ਕਹਿੰਦੇ ਨੇ ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਸ਼ਹਰਾ। ਸਾਹਿਬ ਕਹਿੰਦੇ ਗੁਰੂ ਦਾ ਗਿਆਨ ਹੀ ਤੇਰੇ ਵਾਸਤੇ ਸੱਚ ਦਾ ਤੀਰਥ ਹੈ। ਕਿਉਂਕਿ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਧਨਾਸਰੀ ਰਾਗ ਵਿੱਚ। ਸਾਹਿਬ ਕਹਿੰਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਸ਼ਹਰਾ। ਸਾਹਿਬ ਕਹਿੰਦੇ ਤੂੰ ਵੱਖ-ਵੱਖ ਤੀਰਥਾਂ ਤੇ ਕਾਹਦੇ ਲਈ ਜਾਣਾ ਹੈ? ਤਾਂ ਕਿ ਮੇਰੇ ਅੰਦਰ ਦੀ ਜਿਹੜੀ ਮਲ ਹੈ ਉਹ ਧੋਤੀ ਜਾਏ। ਪਰ ਹਾਂ, ਬਾਹਰ ਦੇ ਤੀਰਥਾਂ ਦੇ ਵਿੱਚ ਭਾਵੇਂ ਮਲ ਤਨ ਦੀ ਉਤਰ ਸਕਦੀ ਹੈ, ਮਨ ਦੀ ਨਹੀਂ। ਇਸ ਲਈ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੂੰ ਨਾਮ ਦੇ ਤੀਰਥ ਤੇ ਆ ਕੇ ਇਸ਼ਨਾਨ ਕਰ, ਇੱਥੇ ਤੈਨੂੰ ਗੁਰੂ ਦੇ ਗਿਆਨ ਦਾ ਸੱਚਾ ਤੀਰਥ ਮਿਲੇਗਾ। ਜਦੋਂ ਤੂੰ ਗੁਰੂ ਦੇ ਗਿਆਨ ਦੇ ਸੱਚੇ ਤੀਰਥ ਨਾਲ ਆ ਕੇ ਜੁੜ ਜਾਏਗਾ, ਤੇਰੇ ਲਈ ਸਦਾ ਹੀ ਦਸ਼ਹਰਾ ਬਣ ਜਾਏਗਾ। ਭਾਵ ਤੂੰ ਕੋਈ ਵੀ ਦਿਨ ਬੁਰਾ ਮਾੜਾ ਕਰਮ ਕਰ ਹੀ ਨਹੀਂ ਸਕੇਗਾ, ਕਿਉਂਕਿ ਤੂੰ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਸਾੜ ਦਿੱਤਾ। ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਤੂੰ ਖਤਮ ਕਰ ਦਿੱਤਾ ਹੈ। ਅੰਦਰ ਅਸੀਂ ਆਪਣੇ ਰਾਵਣ ਲੈ ਕੇ ਬੈਠੇ ਹੋਏ ਹਾਂ ਤੇ ਬਾਹਰ ਦੇ ਰਾਵਣ ਨੂੰ ਸਾੜ ਕੇ ਖੁਸ਼ੀਆਂ ਮਨਾਉਂਦੇ ਹਾਂ। ਅੱਜ ਤੱਕ ਦਾ ਰਿਕਾਰਡ ਜਿਹੜਾ ਤੁਸੀਂ ਦੇਖ ਲਓ, ਸਾਡੀਆਂ ਕਿੰਨੀਆਂ ਧੀਆਂ ਭੈਣਾਂ ਦੀ ਪੱਤ ਲੁੱਟੀ ਜਾ ਚੁੱਕੀ ਹੈ। ਛੋਟੀਆਂ ਛੋਟੀਆਂ ਬੱਚੀਆਂ ਨੂੰ ਵੀ ਨਹੀਂ ਛੱਡਿਆ ਗਿਆ।
ਛੋਟੀਆਂ ਬੱਚੀਆਂ ਦਾ ਮਤਲਬ 2 ਸਾਲ 3 ਸਾਲ 4 ਸਾਲ ਇੰਨੇ ਸਾਲ ਦੀਆਂ ਮਾਸੂਮ ਬੱਚੀਆਂ ਨੂੰ ਵੀ ਇਹਨਾਂ ਰਾਖਸ਼ਾਂ ਨੇ ਨੋਚ ਕੇ ਖਾ ਲਿਆ। ਤੇ ਕੀ ਇਹ ਰਾਵਣ ਨਹੀਂ? ਆ ਸਮਾਜ ਵਿੱਚ ਬੁਰਾਈਆਂ ਨਹੀਂ? ਸਾਡੀ ਨੌਜਵਾਨ ਧੀ ਜਦੋਂ ਬਾਜ਼ਾਰ ਵਿੱਚ ਚੱਲਦੀ ਹੈ, ਸਾਹਮਣਿਓਂ ਇੱਕ ਰਾਵਣ ਆਉਂਦਾ ਤੇ ਉਹਦੇ ਚਿਹਰੇ ਤੇ ਤੇਜ਼ਾਬ ਸੁੱਟ ਕੇ ਚਲਾ ਜਾਂਦਾ ਹੈ। ਸਾਰੀ ਉਮਰ ਦੇ ਵਾਸਤੇ ਦੁੱਖ ਉਹਦੀ ਝੋਲੀ ਵਿੱਚ ਪਾ ਕੇ ਚਲਾ ਜਾਂਦਾ ਹੈ। ਉਹਦੀ ਸੁੰਦਰਤਾ ਨੂੰ ਕੁਰੂਪਤਾ ਵਿੱਚ ਸਾਰੀ ਉਮਰ ਲਈ ਬਦਲ ਕੇ ਚਲਾ ਜਾਂਦਾ ਹੈ। ਉਹਨੂੰ ਪੁੱਛ ਕੇ ਵੇਖੋ ਕਿ ਤੂੰ ਰਾਵਣ ਕਿਹਨੂੰ ਸਮਝਦੀ ਹੈ ਧੀਏ? ਉਹ ਕਹੇਗੀ ਮੈਂ ਤੇ ਉਹਨੂੰ ਰਾਵਣ ਸਮਝਦੀ ਹਾਂ ਜਿਹਨੇ ਮੇਰੇ ਤੇ ਤੇਜ਼ਾਬ ਸੁੱਟਿਆ। ਮਾਸੂਮ ਬੱਚੀ ਨੂੰ ਪੁੱਛ ਕੇ, ਹਾਲਾਂਕਿ ਉਹਨੂੰ ਆਪਣਾ ਵੀ ਨਹੀਂ ਪਤਾ ਮੈਂ ਕੌਣ ਹਾਂ, ਕੀ ਮੈਂ ਸੰਸਾਰ ਵਿੱਚ ਕਰਨਾ ਵੱਡਿਆਂ ਹੋ ਕੇ, ਉਹਨੂੰ ਪਤਾ ਹੀ ਨਹੀਂ ਹੈ। ਪਰ ਉਹਨੂੰ ਕਿਤੇ ਬੱਚੀ ਵੱਡੀ ਹੋਵੇ, ਉਹਨੂੰ ਪੁੱਛੋ ਵੀ ਤੂੰ ਰਾਵਣ ਕਿਹਨੂੰ ਸਮਝਦੀ ਹੈ? ਉਹ ਕਹਿੰਦੀ ਜਿਹਨੇ ਮੈਨੂੰ ਮਾਸੂਮੀਅਤ ਵਿੱਚ, ਜਿਹਨੇ ਮੈਨੂੰ ਨੋਚ ਕੇ ਖਾ ਲਿਆ, ਮੇਰੀ ਪੱਤ ਨੂੰ ਲੁੱਟ ਲਿਆ, ਮੈਂ ਤੇ ਉਹਨੂੰ ਸਾਰੀ ਉਮਰ ਰਾਵਣ ਸਮਝਣਾ ਵੀ ਆਹ ਰਾਵਣ ਹੈ। ਅਸੀਂ ਕੋਸ਼ਿਸ਼ ਕਰੀਏ, ਗੁਰੂ ਸਾਹਿਬ ਕਹਿੰਦੇ ਤੇਰੇ ਲਈ ਸਦਾ ਹੀ ਦਸ਼ਹਰਾ ਬਣ ਜਾਏਗਾ। ਜਾਂ ਜਿਹੜੇ 10 ਪੁਰਬ ਆਪਾਂ ਮਨਾਉਂਦੇ ਆ, ਏਕਮ ਤੋਂ ਲੈ ਕੇ ਦਸਮ ਤੱਕ, ਵਿੱਚ ਪੰਚਮ ਆ ਗਈ, ਦਸਵੀਂ ਆ ਗਈ, ਮੱਸਿਆ ਆ ਗਈ, ਸੰਗਰਾਂਦ ਆ ਗਈ, ਪੂਰਨਮਾਸ਼ੀ, ਇਹ ਸਾਰੇ ਕੁੱਲ ਮਿਲਾ ਕੇ। ਤੇ ਪਿਛਲੇ ਦਿਨੀ ਆਪ ਜੀ ਨਾਲ ਸਾਂਝ ਪਾਈ ਸੀ ਕਿ ਸਤਿਗੁਰੂ ਜੀ ਕਹਿੰਦੇ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਤੂੰ ਨਿਤ ਉੱਠ ਕੇ ਗਾ, ਤੇਰੇ ਲਈ ਦਸੇ ਦੇ ਦਸੇ ਪੁਰਬ ਨਿਤ ਬਣ ਜਾਣਗੇ। ਤੂੰ ਨਿਤ ਉੱਠ ਕੇ ਬਾਣੀ ਦਾ ਅਭਿਆਸ ਕਰੇਗਾ, ਤੇਰੇ ਅੰਦਰ ਬੁਰਾਈਆਂ ਨਹੀਂ ਆਉਣਗੀਆਂ। ਤੂੰ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਸਾੜ ਦੇਂਗਾ। ਤੇ ਜਿਹਨੇ ਨਿਤ ਉੱਠ ਕੇ ਬਾਣੀ ਦਾ ਅਭਿਆਸ ਕਰਕੇ ਅੰਦਰ ਦੀਆਂ ਬੁਰਾਈਆਂ ਨੂੰ ਸਾੜਿਆ, ਉਹਦੇ ਲਈ ਤੇ ਸਦਾ ਹੀ ਦਸ਼ਹਰਾ ਹੈ। ਉਹ ਤੇ ਸਦਾ ਹੀ ਆਨੰਦ ਵਿੱਚ ਰਹਿੰਦਾ ਹੈ। ਉਹ ਇੱਕ ਦਿਨ ਖੁਸ਼ੀ ਨਹੀਂ ਮਨਾਉਂਦਾ, ਉਹ ਤੇ ਹਰ ਦਿਨ ਹੀ ਖੁਸ਼ ਰਹਿੰਦਾ ਹੈ। ਇਸ ਲਈ ਸਤਿਗੁਰੂ ਜੀ ਨੇ ਕਿਹਾ ਵੀ ਤੂੰ ਦਸ਼ਹਰਾ ਜੇ ਮਨਾਉਣਾ ਤੇ ਨਿਤ ਉੱਠ ਕੇ ਅੰਮ੍ਰਿਤ ਬਾਣੀ ਦਾ ਅਭਿਆਸ ਕਰ। ਆਪਣੇ ਅੰਦਰ ਦੇ ਰਾਵਣ ਨੂੰ ਸਾੜਨ ਦੀ ਕੋਸ਼ਿਸ਼ ਕਰ, ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਸਾੜਨ ਦੀ ਕੋਸ਼ਿਸ਼ ਕਰ। ਜਿਸ ਦਿਨ ਤੂੰ ਗੁਰੂ ਦੇ ਹੁਕਮ ਨੂੰ ਮੰਨ ਕੇ, ਸਤਿਗੁਰੂ ਦੇ ਭਾਣੇ ਨੂੰ ਮੰਨ ਕੇ, ਤੂੰ ਸਤਿਗੁਰੂ ਦੇ ਹੁਕਮ ਵਿੱਚ ਚੱਲ ਕੇ ਅੰਮ੍ਰਿਤ ਬਾਣੀ ਦਾ ਅਭਿਆਸ ਕਰਕੇ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਸਾੜ ਦੇਂਗਾ, ਸੱਚ ਜਾਣੀ ਉਸ ਦਿਨ ਜਮ ਕਾਲ ਨੇੜ ਨਾ ਆਵਈ। ਉਸ ਦਿਨ ਉਹ ਕਾਲ ਤੇਰੇ ਨੇੜੇ ਨਹੀਂ ਆਏਗਾ ਜਿਸ ਦਿਨ ਜਮ ਦੁੱਖ ਬਣ ਕੇ ਤੈਨੂੰ ਸਤਾਏਗਾ। ਤੇਰੇ ਨੇੜੇ ਹੀ ਨਹੀਂ ਆਏਗਾ ਤੇ ਉਹਨੇ ਸਤਾਉਣਾ ਕੀ ਹੈ? ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਹੀਂ, ਜਮ ਨਹੀਂ ਆਵੇ ਨੇੜੇ। ਜਿਹਦੇ ਨੇੜੇ ਹੀ ਨਹੀਂ ਆਏਗਾ ਉਹਨੂੰ ਸਤਾਉਣਾ ਕੀ ਹੈ? ਉਹਦੇ ਨੇੜੇ ਬੁਰਾਈਆਂ ਕਦੇ ਆਉਂਦੀਆਂ ਹੀ ਨਹੀਂ, ਕਿਉਂਕਿ ਪਤਾ ਹੈ ਕਿ ਇਹਨੇ ਸਾੜ ਕੇ ਸੁਆਹ ਕਰ ਦੇਣਾ। ਮਾਫ ਕਰਨਾ, ਹਾਲਾਤ ਅੱਜ ਐਸੇ ਬਣ ਗਏ ਨੇ ਕਿ ਜਿਨ੍ਹਾਂ ਦੇ ਆਪ ਹੱਥ ਪਾਪ ਦੀ ਦਲਦਲ ਵਿੱਚ ਫਸੇ ਹੋਏ, ਕੌੜਾ ਤੇ ਜ਼ਰੂਰ ਲੱਗੇਗਾ। ਜਿਨ੍ਹਾਂ ਦੇ ਆਪ ਹੱਥ ਦਲਦਲ ਵਿੱਚ ਬੁਰਾਈਆਂ ਦੇ ਫਸੇ ਨੇ, ਉਹਨਾਂ ਹੱਥੋਂ ਹੀ ਅਸੀਂ ਰਾਵਣ ਨੂੰ ਮਰਵਾ ਰਹੇ ਹਾਂ। ਉਹਨਾਂ ਹੱਥੋਂ ਹੀ ਅਸੀਂ ਰਾਵਣ ਨੂੰ ਸਾੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਹਿਲਾਂ ਆਪਣਾ ਦਾਮਨ ਸਾਫ਼ ਕਰਨਾ ਪੈਣਾ ਹੈ। ਸਾਨੂੰ ਆਖਿਆ ਦੂਜਿਆਂ ਦੇ ਦਾਮਨ ਸਾਫ਼ ਕਰਨ ਦੀ ਬਜਾਏ ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹਿ ਤਾਂ ਸਭ ਜਗ ਤੇਰਾ ਹੋਏ। ਪਰ ਪਹਿਲਾਂ ਆਪ ਸਵਾਰੈ, ਆਪਣਾ ਆਪਾ ਸਵਾਰੀਏ। ਜਦੋਂ ਗੱਲ ਚੰਗਿਆਈ ਦੀ ਆਵੇ ਫਿਰ ਬੰਦਾ ਸੀਨਾ ਤਾਣ ਕੇ ਅੱਗੇ ਹੋ ਕੇ ਕਹਿੰਦਾ ਮੈਂ, ਤੇ ਜਦੋਂ ਗੱਲ ਬੁਰਾਈ ਦੀ ਆਵੇ ਫਿਰ ਪਿੱਛੇ ਹੋ ਕੇ ਕਹਿੰਦਾ ਨਹੀਂ ਬੁਰਾਈਆਂ ਤੇ ਇਹਨਾਂ ਦੇ ਪੱਲੇ ਨੇ। ਬੁਰਾਈਆਂ ਵਾਸਤੇ ਹੋਰਾਂ ਨੂੰ ਅੱਗੇ ਕਰ ਦਿੰਦਾ ਹੈ, ਚੰਗਿਆਈਆਂ ਵਾਸਤੇ ਆਪ ਅੱਗੇ ਹੋ ਜਾਂਦਾ ਹੈ। ਕਿਉਂਕਿ ਬੁਰਾਈਆਂ ਦੂਜੇ ਵਿੱਚ ਨਜ਼ਰ ਆਉਂਦੀਆਂ ਨੇ, ਚੰਗਿਆਈਆਂ ਆਪਣੇ ਵਿੱਚ ਨਜ਼ਰ ਆਉਂਦੀਆਂ। ਪਰ ਸਤਿਗੁਰੂ ਜੀ ਕਹਿੰਦੇ ਤੂੰ ਇੱਥੇ ਆ ਕੇ ਇੱਕ ਵਾਰੀ ਤੂੰ ਆਪਣਾ ਆਪ ਸਮਰਪਣ ਕਰਕੇ ਜੁੜ ਤਾਂ ਸਹੀ, ਤੈਨੂੰ ਤੇਰੀ ਅਵਸਥਾ ਬਦਲ ਜਾਏਗੀ। ਤੂੰ ਕਹੇਗਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਇਹ ਅਵਸਥਾ ਬਣ ਜਾਏਗੀ। ਹੁਣ ਜਿਨ੍ਹਾਂ ਨੇ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਸਾੜ ਦਿੱਤਾ, ਅੱਜ ਸਮਾਜ ਵਿੱਚ ਲੋੜ ਹੈ ਬੁਰਾਈਆਂ ਨੂੰ ਸਾੜਨ ਦੀ। ਪੁਤਲੇ ਸਾੜਨ ਨਾਲ ਕੀ ਹੋਏਗਾ? ਪੁਤਲੇ ਸਾੜਨ ਨਾਲ ਤੇ ਕੁਝ ਨਹੀਂ ਹੋਣਾ। ਅੰਦਰ ਦੀਆਂ ਬੁਰਾਈਆਂ ਨੂੰ ਸਾੜਨ ਨਾਲ ਹੋਣਾ ਹੈ।
ਅੰਦਰ ਦੀਆਂ ਬੁਰਾਈਆਂ ਨੂੰ ਅਸੀਂ ਸਾੜਨ ਦਾ ਯਤਨ ਕਰੇ, ਕੋਈ ਸਿਸਟਮ ਇਦਾਂ ਦਾ ਬਣਾਈਏ ਕਿ ਜਿਹਦੇ ਨਾਲ ਸਮਾਜ ਦੀਆਂ ਬੁਰਾਈਆਂ ਨੂੰ ਖਤਮ ਕੀਤਾ ਜਾ ਸਕੇ, ਉਹਨੂੰ ਸਾੜਿਆ ਜਾ ਸਕੇ। ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਦੇ ਭਾਣੇ ਨੂੰ ਮੰਨਿਆ, ਸਤਿਗੁਰੂ ਦੇ ਚਰਨਾਂ ਨਾਲ ਪਿਆਰ ਪਾਇਆ, ਉਹਨਾਂ ਨੇ ਸੱਚਾ ਸੌਦਾ ਖਰਚ ਸੱਚ ਅੰਤਰ ਪਿਰਮ ਪਿਆਰ ਦੀ ਅਵਸਥਾ ਬਣਾਈ। ਤੇ ਜਿਨ੍ਹਾਂ ਨੇ ਇਹ ਅਵਸਥਾ ਬਣਾਈ, ਜਮ ਕਾਲ ਨੇੜ ਨ ਆਵਈ, ਕਹਿੰਦੇ ਉਹ ਦੁੱਖਾਂ ਵਾਲਾ ਸਮਾਂ ਕਦੇ ਵੀ ਉਹਦੇ ਨੇੜੇ ਨਹੀਂ ਆਉਂਦਾ। ਆਤਮਕ ਮੌਤ ਵਾਲਾ ਸਮਾਂ, ਜ਼ਮੀਰ ਨੂੰ ਮਾਰਨ ਵਾਲਾ ਟਾਈਮ ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਨਹੀਂ ਆਉਂਦਾ। ਕਿਉਂ? ਕਿਉਂਕਿ ਆਪ ਬਖਸ਼ੇ ਕਰਤਾਰ, ਉਸ ਕਰਤਾਰ ਨੇ ਅੰਦਰ ਹਿਰਦੇ ਵਿੱਚ, ਜੀਵਨ ਵਿੱਚ ਆਪ ਨਾਮ ਦੀਆਂ ਬਖਸ਼ਿਸ਼ਾਂ ਭਰੀਆਂ ਨੇ। ਤੇ ਜਿੱਥੇ ਰੱਬ ਪਰਮੇਸ਼ਵਰ ਨੇ, ਵਾਹਿਗੁਰੂ ਨੇ ਆਪ ਬਖਸ਼ਿਸ਼ਾਂ ਦਿੱਤੀਆਂ ਨੇ, ਉੱਥੇ ਦੁਬਾਰਾ ਬੁਰਾਈਆਂ ਜਨਮ ਲੈ ਹੀ ਨਹੀਂ ਸਕਦੀਆਂ। ਇਸ ਲਈ ਉਹਨਾਂ ਦੇ ਨੇੜੇ ਜਮ ਕਦੇ ਵੀ ਨਹੀਂ ਆਉਂਦਾ, ਦੁੱਖ ਕਦੇ ਵੀ ਨਹੀਂ ਆਉਂਦਾ, ਆਤਮਕ ਮੌਤ ਵਾਲਾ ਸਮਾਂ ਕਦੇ ਨਹੀਂ ਆਉਂਦਾ, ਜਿੱਥੇ ਆਪ ਉਹ ਕਰਤਾਰ ਬਖਸ਼ਿਸ਼ਾਂ ਕਰਨ ਵਾਲਾ ਹੁੰਦਾ ਹੈ। ਨਾਨਕ ਨਾਮ ਰਤੇ ਸੇ ਤਨਵੰਤ ਹੈਨ, ਨਿਰਧਨ ਹੋਰ ਸੰਸਾਰ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਮੁੱਕਦੀ ਗੱਲ ਕਰਾਂ। ਮੁੱਕਦੀ ਗੱਲ ਇਹ ਹੈ ਵੀ ਜਿਹੜੇ ਨਾਮ ਰਤੇ, ਸੱਚੇ ਨਾਮ ਦੇ ਵਿੱਚ ਰਤੇ ਗਏ ਨੇ, ਸੱਚਾ ਧਨ ਇਕੱਤਰ ਕਰਕੇ ਨਾਮ ਵਿੱਚ ਰਤੇ ਗਏ ਨੇ, ਸੇ ਧਨਵੰਤ ਹੈਨ, ਹੈਨ ਦਾ ਅਰਥ ਹਨ, ਉਹ ਸੰਸਾਰ ਵਿੱਚ ਅਸਲ ਧਨਵੰਤ ਨੇ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਉਹ ਨੇ ਪਤਵੰਤੇ, ਪਤ ਵਾਲੇ, ਇੱਜ਼ਤ ਵਾਲੇ, ਮਾਣ ਵਾਲੇ। ਆ ਬਾਹਰੋਂ ਇੱਜ਼ਤ ਵਾਲਾ ਚੋਲਾ ਪਾਉਣ ਨਾਲ ਅੰਦਰ ਦੀ ਇੱਜ਼ਤ ਨਹੀਂ ਬਣਦੀ। ਕਰਮ ਐਸਾ ਕਰੀਏ ਕਿ ਜਿਹਦੇ ਨਾਲ ਸਾਡੀ ਇੱਜ਼ਤ ਬਣ ਜਾਏ, ਸਿਰਫ ਪਹਿਰਾਵੇ ਨਾਲ ਨਹੀਂ। ਉਹ ਅਸਲ ਵਿੱਚ ਪਤ ਵਾਲੇ ਤੇ ਧਨਵੰਤ, ਧਨ ਵਾਲੇ ਹੁੰਦੇ ਨੇ। ਨਾਮ ਰਤੇ ਜਿਹੜੇ ਸੱਚੇ ਨਾਮ ਦੇ ਰੰਗ ਦੇ ਵਿੱਚ ਰਤੇ ਗਏ, ਤੇ ਜਿਹੜੇ ਨਹੀਂ ਰਤੇ ਗਏ, ਨਿਰਧਨ ਹੋਰ ਸੰਸਾਰ। ਇਸ ਸੰਸਾਰ ਵਿੱਚ ਹੋਰ ਜਿੰਨੇ ਵੀ ਨੇ ਨਾਮ ਦੇ ਰੰਗ ਵਿੱਚ ਰਤੇ ਤੋਂ ਬਗੈਰ, ਜਿੰਨੇ ਵੀ ਨਾਮ ਦੇ ਧਨ ਤੋਂ ਖਾਲੀ ਨੇ, ਵਾਂਝੇ ਨੇ, ਉਹ ਸਾਰੇ ਦੇ ਸਾਰੇ ਹੀ ਨਿਰਧਨ, ਉਹ ਕੰਗਾਲ ਨੇ। ਉਹ ਜਿੰਨੇ ਮਰਜ਼ੀ ਕਹੀ ਜਾਣ ਅਸੀਂ ਕਰੋੜਪਤੀ ਆ, ਅਰਬਪਤੀ ਆ, ਜਿਹਨੂੰ ਗੁਰੂ ਦਰ ਤੇ ਆਉਣਾ ਹੀ ਨਸੀਬ ਨਹੀਂ ਹੁੰਦਾ, ਉਹ ਕਾਹਦਾ ਕਰੋੜਪਤੀ ਹੈ? ਜਿਹਨੂੰ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਹੀ ਨਹੀਂ ਕਰ ਸਕਦਾ, ਉਹ ਕਾਹਦਾ ਕਰੋੜਪਤੀ ਹੈ? ਜਿਹੜਾ ਸੇਵਾ ਸਿਮਰਨ ਵਿੱਚ ਹੀ ਨਹੀਂ ਜੁੜ ਸਕਦਾ, ਉਹ ਕਾਹਦਾ ਕਰੋੜਪਤੀ ਹੈ? ਉਹ ਤੇ ਨਾਂਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋੜ। ਇਸ ਲਈ ਸਾਹਿਬ ਕਹਿੰਦੇ ਉਹ ਸਾਰੇ ਹੀ ਨਿਰਧਨ। ਜਾਂ ਕਬੀਰ ਜੀ ਦਾ ਸਮਾਂ ਵੀ ਸਮਾਪਤ ਹੈ। ਕਬੀਰ ਜੀ ਨੇ ਵੀ ਇੱਕ ਜ਼ਿਕਰ ਕੀਤਾ ਹੈ। ਉਹਨਾਂ ਨੇ ਬਾਹਰ ਦੀ ਗੱਲ ਪਹਿਲਾਂ ਕੀਤੀ, ਕਿਉਂਕਿ ਅਸੀਂ ਗਰੀਬ ਤੇ ਅਮੀਰੀ ਬਾਹਰੋਂ ਦੇਖਦੇ ਹਾਂ। ਦੋ ਭਰਾ, ਇੱਕ ਅਮੀਰ ਹੈ ਤੇ ਇੱਕ ਗਰੀਬ ਹੈ, ਇੱਕ ਨਿਰਧਨ ਹੈ ਤੇ ਇੱਕ ਧਨਵਾਨ ਹੈ। ਹੁਣ ਜਦੋਂ ਕਿਸੇ ਧਨਵਾਨ ਦੇ ਘਰ ਕੋਈ ਗਰੀਬ ਜਾਂਦਾ ਤੇ ਉਹ ਅੱਗੋਂ ਮੂੰਹ ਫੇਰ ਲੈਂਦਾ, ਅੱਗੋਂ ਪਿੱਠ ਕਰਕੇ ਬਹਿ ਜਾਂਦਾ ਵੀ ਕਿਤੇ ਮੇਰੇ ਕੋਲੋਂ ਕੁਝ ਲੈਣ ਵਾਸਤੇ ਨਹੀਂ ਆ ਗਿਆ। ਮੱਥੇ ਵੱਟ ਪੈ ਜਾਂਦਾ ਵੀ ਇਹ ਆ ਕਿਉਂ ਗਿਆ। ਤੇ ਜੇ ਉਸੇ ਹੀ ਨਿਰਧਨ ਦੇ ਘਰ ਵਿੱਚ ਸਰਧਨ ਚਲਾ ਜਾਏ, ਉਹਨੂੰ ਖੁਸ਼ੀ ਇੰਨੀ ਚੜ ਜਾਂਦੀ ਹੈ, ਇੰਨਾ ਚਾਉ ਚੜ ਜਾਂਦਾ ਹੈ, ਅੱਖਾਂ ਵਿੱਚ ਅਥਰੂ ਲੈ ਕੇ ਕਹਿੰਦਾ ਅੱਜ ਤੇ ਮੈਨੂੰ ਇਦਾਂ ਲੱਗਦਾ ਜਿਵੇਂ ਕੀੜੀ ਦੇ ਘਰ ਭਗਵਾਨ ਆ ਗਏ। ਖੁਸ਼ੀ ਇੰਨੀ ਹੁੰਦੀ ਹੈ। ਉਹ ਹੈ ਨਿਰਧਨ, ਨਜ਼ਰ ਵਿੱਚ ਗਰੀਬ ਹੈ, ਪਰ ਅੰਦਰ ਅਮੀਰੀ ਇੰਨੀ ਭਰੀ ਪਈ ਹੈ ਕਿ ਉਹ ਆਉਣ ਵਾਲੇ ਦਾ ਆਦਰ ਮਾਣ ਸਤਿਕਾਰ ਇੰਨਾ ਕਰਦਾ ਹੈ ਕਿ ਆਪ ਖਾਣ ਨੂੰ ਭਾਵੇਂ ਕੁਝ ਮਿਲੇ ਨਾ, ਪਰ ਆਏ ਹੋਏ ਨੂੰ ਰਜਾ ਕੇ ਭੇਜਦਾ ਹੈ। ਆਪ ਭਾਵੇਂ ਰਹਿਣ ਨੂੰ ਥਾਂ ਮਿਲੇ ਨਾ ਮਿਲੇ, ਪਰ ਦੂਜਿਆਂ ਦੇ ਰਹਿਣ ਦਾ ਪ੍ਰਬੰਧ ਜ਼ਰੂਰ ਕਰਦਾ ਹੈ। ਇੱਕ ਉਹ ਸਰਦਨ ਸੀ ਜਿਹੜਾ ਨਿਰਧਨ ਨੂੰ ਵੇਖ ਕੇ ਮੂੰਹ ਫੇਰ ਗਿਆ। ਕਬੀਰ ਸਾਹਿਬ ਜੀ ਕਹਿ ਰਹੇ ਨੇ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੈ ਉਹ ਚਿਤ ਨਾ ਧਰੈ। ਉਹ ਲੱਖਾਂ ਯਤਨ ਕਰਦਾ ਹੈ ਗਰੀਬ ਕਿ ਕਿਸੇ ਤਰ੍ਹਾਂ ਮੈਂ ਇਸ ਅਮੀਰ ਨੂੰ ਖੁਸ਼ ਕਰ ਲਾਂ, ਪਰ ਉਹਦੇ ਦਿਲ ਵਿੱਚ ਉਹਦੇ ਪ੍ਰਤੀ ਕੋਈ ਪਿਆਰ ਹੀ ਪੈਦਾ ਨਹੀਂ ਹੁੰਦਾ। ਉਹ ਪੂਰਾ ਸ਼ਬਦ ਤੁਸੀਂ ਪੜ੍ਹ ਲੈਣਾ। ਅਖੀਰ ਵਿੱਚ ਕਬੀਰ ਜੀ ਨੇ ਇੱਕ ਗੱਲ ਕਹੀ, ਜਾਂ ਇੱਕ ਵਿਚਕਾਰ ਗੱਲ ਕਹੀ ਸੀ, ਨਿਰਧਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ ਹੈ। ਤੇ ਦੋਵੇਂ ਭਾਈ ਨੇ ਨਾ,
ਅਸੀਂ ਮੋਹਰ ਲਾਤੀ ਗਰੀਬ ਅਮੀਰ ਦੇ, ਗਰੀਬ ਭਾਈ ਅਮੀਰ ਦੇ ਘਰ ਗਿਆ ਤੇ ਮੂੰਹ ਫੇਰ ਲਿਆ, ਦਰਵਾਜ਼ਾ ਬੰਦ ਕਰ ਦਿੱਤਾ। ਤੇ ਜੇ ਉਹੀ ਅਮੀਰ ਗਰੀਬ ਦੇ ਘਰ ਜਾਏ ਤੇ ਉਹਨੂੰ ਚਾਉ ਚੜ ਜਾਂਦਾ ਹੈ, ਉਹਦੇ ਪੈਰ ਨਹੀਂ ਜ਼ਮੀਨ ਤੇ ਲੱਗਦੇ, ਆ ਵੀ ਲਿਆਵਾਂ, ਆ ਵੀ ਬਣਾਵਾਂ, ਆ ਵੀ ਲਿਆਵਾਂ, ਮੇਰੇ ਘਰ ਅੱਜ ਮੇਰਾ ਭਾਈ ਆਇਆ। ਉਹ ਨਹੀਂ ਵੇਖਦਾ ਵੀ ਅਮੀਰੀ ਗਰੀਬੀ। ਤਾਂ ਹੀ ਤੇ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਜੀ ਦੇ ਘਰ ਗਏ। ਕਹਿੰਦੇ ਭਾਈ ਲਾਲੋ, ਤੇਰੀ ਆ ਨਿੱਕੀ ਜਿਹੀ ਜਿਹੜੀ ਕੁੱਲੀ ਆ ਨਾ, ਮੈਨੂੰ ਮਹਿਲਾਂ ਵਰਗੀ ਲੱਗਦੀ ਹੈ। ਤੇਰੇ ਘਰ ਵਿੱਚ ਚਾਦਰ ਜਿਹੜੀ ਵਿਛਾਈ ਹੈ ਨਾ, ਭਾਵੇਂ ਟਾਕੀਆਂ ਹੀ ਲੱਗੀਆਂ ਨੇ, ਮੰਜਾ ਨਹੀਂ, ਪਲੰਗ ਨਹੀਂ, ਬੈੱਡ ਨਹੀਂ, ਕੁਛ ਨਹੀਂ ਹੈ, ਪਰ ਆ ਜਿਹੜੀ ਚਾਦਰ ਤੂੰ ਵਿਛਾਈ ਹੈ ਨਾ, ਇਹਦੇ ਤੇ ਬੈਠ ਕੇ ਮੈਨੂੰ ਏਦਾਂ ਲੱਗਦਾ ਜਿਵੇਂ ਮੈਂ ਬੜੇ ਸੋਹਣੇ ਮਖਮਲੀ ਗੱਦੇ ਤੇ ਬੈਠਾ। ਤੇਰੇ ਇਸ ਮਿੱਟੀ ਦੇ ਭਾਂਡੇ ਦੇ ਵਿੱਚ ਛੱਕ ਕੇ ਰੁੱਖਾ ਸੁੱਖਾ ਜੋ ਤੂੰ ਦਿੱਤਾ, ਮੈਨੂੰ ਏਦਾਂ ਲੱਗਾ ਜਿਵੇਂ 36 ਪ੍ਰਕਾਰ ਦੇ ਪਦਾਰਥ ਤੂੰ ਮੈਨੂੰ ਛਕਾ ਦਿੱਤੇ। ਕਿਉਂਕਿ ਗੁਰੂ ਸਾਹਿਬ ਨੇ ਅੰਦਰ ਦੀ ਭਾਵਨਾ ਵੇਖੀ ਸੀ ਉੱਥੇ। ਅਖੀਰ ਤੇ ਜਾ ਕੇ ਕਹਿੰਦੇ, ਕਹਿ ਕਬੀਰ ਨਿਰਧਨ ਹੈ ਸੋਈ ਜਾਂ ਕੇ ਹਿਰਦੈ ਨਾਮ ਨਾ ਹੋਈ। ਕਬੀਰ ਜੀ ਕਹਿੰਦੇ ਬਾਹਰ ਦੀ ਉਦਾਹਰਨ ਤੇ ਮੈਂ ਵੈਸੇ ਦਿੱਤੀ ਹੈ ਕਿ ਨਿਰਧਨ ਸਰਧਨ ਦੋਨੋਂ ਭਾਈ, ਪਰ ਅਖੀਰ ਤੇ ਸੱਚ ਤਾਂ ਇਹ ਹੈ ਬਈ ਭਾਵੇਂ ਕਰੋੜਾਂਪਤੀ ਹੋ ਜਾਓ, ਲੱਖਾਂਪਤੀ ਹੋ ਜਾਓ, ਅਰਬਾਂਪਤੀ ਹੋ ਜਾਓ, ਕਹਿ ਕਬੀਰ ਨਿਰਧਨ ਹੈ ਸੋਈ ਜਾਂ ਕੇ ਹਿਰਦੈ ਨਾਮ ਨਾ ਹੋਈ। ਜਿਹਦੇ ਪੱਲੇ ਨਿਤਨੇਮ ਨਹੀਂ, ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ, ਉਹ ਕਰੋੜਪਤੀ ਹੋ ਕੇ ਵੀ ਕੰਗਾਲ ਹੈ। ਤੇ ਜਿਹਦੇ ਕੋਲ ਨਿਤਨੇਮ ਹੈ, ਸਤ ਸੰਗਤ ਹੈ, ਉਹ ਫਿਰ ਜਿਸ ਨੂੰ ਬਖਸ਼ੈ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ। ਇੰਨੀ ਅਮੀਰੀ ਆ ਜਾਂਦੀ ਹੈ ਜਿਹਦੇ ਕੋਲ ਰੱਬੀ ਬਾਣੀ ਦਾ ਖਜ਼ਾਨਾ ਹੋਵੇ। ਤੇ ਗੁਰੂ ਅਮਰਦਾਸ ਜੀ ਵੀ ਇਹੀ ਫੈਸਲਾ ਕਰਦੇ ਨੇ। ਨਾਨਕ ਗੁਰੂ ਅਮਰਦਾਸ ਪਾਤਸ਼ਾਹ ਨਾਮ ਰਤੇ, ਜਿਹੜੇ ਸੱਚੇ ਨਾਮ ਦੇ ਰੰਗ ਵਿੱਚ ਰਤੇ ਗਏ, ਸੇ ਧਨਵੰਤ ਹੈਨ, ਉਹ ਮੇਰੀ ਨਜ਼ਰ ਵਿੱਚ ਸਾਰੇ ਹੀ ਧਨਵਾਨ ਨੇ। ਨਿਰਧਨ ਹੋਰ ਸੰਸਾਰ, ਹੋਰ ਸੰਸਾਰ ਵਿੱਚ ਜਿੰਨੇ ਵੀ ਸੱਚੇ ਨਾਮ ਤੋਂ ਬਿਨਾਂ ਨੇ, ਉਹ ਸਾਰੇ ਹੀ ਕੰਗਾਲ ਨੇ, ਨਿਰਧਨ ਨੇ, ਇਸ ਲਈ ਉਹਨਾਂ ਦੇ ਪੱਲੇ ਕੁਛ ਵੀ ਨਹੀਂ ਹੈ। ਅਸੀਂ ਅਰਦਾਸ ਕਰੀਏ, ਸਤਿਗੁਰੂ ਬੜਾ ਤੁਹਾਡਾ ਸ਼ੁਕਰਾਨਾ, ਤੁਸੀਂ ਮਿਹਰ ਕਰਦੇ ਹੋ, ਸਾਨੂੰ ਆਪਣੇ ਦਰ ਤੇ ਲਿਆ ਕੇ ਸੰਗਤ ਵਿੱਚ ਬਿਠਾ ਕੇ ਆ ਰੱਬੀ ਬਾਣੀ ਦਾ ਖਜ਼ਾਨਾ ਸਾਨੂੰ ਦੇ ਕੇ ਸਾਨੂੰ ਅਮੀਰੀਆਂ ਦਿੰਦੇ ਹੋ, ਬਾਦਸ਼ਾਹੀਆਂ ਦਿੰਦੇ ਹੋ, ਸ਼ਾਨ ਨਾਲ ਜਿਉਣ ਦੀ ਜਾਚ ਸਿਖਾਉਂਦੇ ਹੋ। ਬਸ ਰਹਿੰਦੇ ਸਵਾਸਾਂ ਤੱਕ ਇਹ ਮਿਹਰ ਕਰਦੇ ਹੋ ਕਿ ਅੰਦਰ ਭਗਤੀ ਦਾ ਜਾਗ ਇਹ ਲੱਗਿਆ ਰਵੇ, ਜੇ ਨਹੀਂ ਲੱਗਿਆ ਤਾਂ ਲੱਗ ਜਾਏ। ਅਸੀਂ ਤੁਹਾਡੇ ਦਰ ਤੇ ਆਏ ਹਾਂ ਸਿਰਫ ਇਹ ਬਖਸ਼ਿਸ਼ਾਂ ਤੇ ਦਾਤਾਂ ਲੈਣ ਵਾਸਤੇ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਣਾਏ, ਪਰਿਆ ਤਉ ਸ਼ਰਣਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ। ਇਹ ਅਰਦਾਸ ਹੈ ਸਾਡੀ, ਸੱਚੇ ਨਾਮ ਦਾ ਧਨ ਇਕੱਤਰ ਕਰੀਏ, ਨਿਤਨੇਮੀ ਬਣੀਏ, ਬਾਣੀ ਦਾ ਅਭਿਆਸ ਕਰਕੇ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਸਾੜੀਏ, ਖਤਮ ਕਰੀਏ, ਜਿਹਦੇ ਨਾਲ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ, ਸਤਿਗੁਰੂ ਬਖਸ਼ ਦੇਣ। ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਗੁਰੂ ਅਮਰਦਾਸ ਪਾਤਸ਼ਾਹ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਜਮ ਕਾਲ ਨੇੜ ਨਾ ਆਵਈ, ਆਪ ਬਖਸ਼ੇ ਕਰਤਾਰ। ਨਾਨਕ ਨਾਮ ਰਤੇ ਸੇ ਧਨਵੰਤ ਹੈਨ, ਨਿਰਧਨ ਹੋਰ ਸੰਸਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ